ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਇਕਬਾਲ, ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ ਸਾਮਤ ਦੇਹੋ ਦਇਆਲ ਪ੍ਰਭੂ। ਜਿਤ ਤੁਮਹਿ ਆਰਾਧਾ ਨਾਨਕ ਮੰਗੈ ਦਾਨ ਪ੍ਰਭੂ। ਰੇਣ ਪਗ ਸਾਧਾ ਬੇਸ਼ੁਮਾਰ ਅਥਾਹ ਅਗਨਿਤ ਅਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਿਲਾ ਪੰਜਵਾ। ਲਾਲ ਗੋਪਾਲ ਦਇਆਲ ਰੰਗੀਲੇ, ਗਹਿਰ ਗੰਭੀਰ ਬੇਅੰਤ ਗੋਵਿੰਦੇ। ਊਚ ਅਥਾ ਬੇਅੰਤ ਸੁਆਮੀ, ਸਿਮਰ ਸਿਮਰ ਹੋ ਜੀਵਾ ਜੀਓ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਬਖਸ਼ੋ ਅਸੀਸ। ਲੜੀਵਾਰ ਸਹਿਜ ਪਾਠ 99 ਅੰਗ ਤੇ ਸੁਸ਼ੋਭਿਤ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਲੜੀ ਦਾ ਇਹ 9ਵਾਂ ਸ਼ਬਦ ਹੈ। ਕੁੱਲ ਗੁਰੂ ਰਾਮਦਾਸ ਜੀ ਦੀ ਗਿਣਤੀ ਸ਼ਬਦਾਂ ਦੀ ਤੇ ਗੁਰੂ ਅਰਜੁਨ ਦੇਵ ਜੀ ਦੀ ਇਹ 16ਵਾਂ ਸ਼ਬਦ ਹੈ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਆਪ ਸੰਗਤ ਅਸੀਸ ਬਖਸ਼ੋ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਰਹਿਮਤ ਕਰਕੇ ਇਹ ਵਿਚਾਰਾਂ ਕਰਵਾ ਲੈਣ। ਗੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਝ ਮਹੱਲਾ ਪੰਜਵਾਂ। ਸ੍ਰੀ ਰਾਗ ਤੋਂ ਬਾਅਦ ਦੂਜਾ ਰਾਗ ਮਾਝ ਹੈ। ਲਾਲ ਗੋਪਾਲ ਦਇਆਲ ਰੰਗੀਲੇ। ਉਹ ਪ੍ਰਭੂ ਲਾਲ ਇਸ ਲਈ ਕਿਹਾ ਗਿਆ ਕਿਉਂਕਿ ਉਹ ਲਾਲਨ ਹੈ, ਪਿਆਰਾ ਹੈ। ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੇ ਮਤੀਰੀ। ਸੁਹਬ ਸੁਹਬ ਸੁਹਬੀ, ਆਪਣੇ ਪ੍ਰੀਤਮ ਕੈ ਰੰਗ ਰਤੀ। ਕੋਈ ਵਿਰਲੀ ਹੈ ਇਸ ਸੰਸਾਰ ਦੇ ਵਿੱਚ ਆਤਮਕ ਰੂਹ, ਆਤਮਕ ਜੀਵ ਜਿਹੜੇ ਪ੍ਰਭੂ ਦੇ ਨਾਮ ਰੰਗ ਵਿੱਚ ਜੁੜੇ ਹੋਏ ਤੇ ਵਾਹਿਗੁਰੂ ਨੂੰ ਰੰਗੀਚੇ ਹੋਏ ਲਾਲ ਰੰਗ ਰੂਪ ਵੇਖ ਲੈਂਦੇ ਨੇ ਕਿ ਪ੍ਰਭੂ ਹੈ ਹੀ ਪ੍ਰੇਮ ਦਾ ਹੀ ਭੁੱਖਾ। ਇੱਕ ਆਵਾਜ਼ ਮਾਰਨੀ ਭਿਖਾਰੀ ਦੀ ਤਰ੍ਹਾਂ ਤੇ ਇੱਕ ਆਵਾਜ਼ ਮਾਰਨੀ ਪ੍ਰੇਮੀ ਦੀ ਤਰ੍ਹਾਂ। ਪਿੱਛੇ ਜਿਹੜੀ ਆਵਾਜ਼ ਮਾਰੀ ਸੀ ਉਹ ਅਸੀਂ ਇੱਕ ਭਿਖਾਰੀ ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਇਆਲ ਗੋਪਾਲਾ ਜੀਓ, ਕਿ ਅਸੀਂ ਸਤਿਗੁਰੂ ਜੀ ਤੇਰੇ ਦਰ ਦੇ ਮੰਗਤੇ ਹਾਂ। ਹੁਣ ਇਸ ਸ਼ਬਦ ਵਿੱਚ ਪ੍ਰੇਮ ਰੂਪੀ ਆਵਾਜ਼ ਹੈ, ਪ੍ਰੇਮ ਰੂਪੀ ਤਰਲਾ ਹੈ। ਲਾਲ ਗੋਪਾਲ ਦਇਆਲ ਰੰਗੀਰੇ, ਗਹਿਰ ਗੰਭੀਰ ਬੇਅੰਤ ਗੋਵਿੰਦੇ। ਤੂੰ ਗਹਿਰ ਹੈ, ਬੜਾ ਬਹੁਤ ਵੱਡਾ ਹੈ, ਬਹੁਤ ਡੂੰਘਾ ਹੈ। ਗੰਭੀਰ ਦਾ ਮਤਲਬ ਬੇਅੰਤ, ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ। ਮੈਂ ਕਿਵੇਂ ਗਾ ਸਕਾਂ। ਗੋਵਿੰਦੇ, ਤੂੰ ਗਿਆਨ ਨੂੰ ਪੂਰਨ ਰੂਪ ਦੇ ਵਿੱਚ ਦੇਣ ਵਾਲਾ ਹੈ, ਧਰਤੀ ਨੂੰ ਬੰਨ੍ਹ ਕੇ ਰੱਖਣ ਵਾਲਾ ਹੈ। ਊਚ ਅਥਾ ਬੇਅੰਤ ਸੁਆਮੀ। ਇਹ ਬਚਨ ਅਸੀਂ ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵਤ ਉਧਰੈ ਸੁਣ ਤੇ ਉਧਰੈ, ਬਿਨਸੇ ਪਾਪ ਕਨੇਰੇ।
ਤੇ ਸਤਿਗੁਰੂ ਜੀ ਇੱਥੇ ਅਰਦਾਸ ਕਰਦੇ ਆ, ਊਚ ਅਥਾ ਅਤ ਊਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਬਾਰਾ। ਊਚ ਅਥਾ ਬੇਅੰਤ ਸੁਆਮੀ, ਸਿਮਰ ਸਿਮਰ ਹਉ ਜੀਵਾਂ ਜੀਓ। ਇਹ ਊਚ ਕੋਈ ਬਾਹਰ ਦਾ ਉੱਚਾ ਨਹੀਂ, ਇਹ ਸੁਰਤ ਦਾ ਉੱਚੇ ਹੋ ਜਾਣਾ ਹੀ ਪ੍ਰਭੂ ਲਾਲ ਗੋਪਾਲ ਨੂੰ ਸਿਮਰਨ ਦੇ ਵਿੱਚ ਪ੍ਰੇਮ ਰੂਪੀ ਧਿਆਉਣਾ। ਕੋਈ ਵਿਰਲੀ ਇਥੇ ਸੁਰਤ ਹੈ ਜਿਹੜੀ ਉੱਚੀ ਹੋਈ ਹੈ, ਤੇ ਉਹ ਪ੍ਰਭੂ ਦੇ ਸਿਮਰਨ ਨੂੰ ਕਰ ਕਰਕੇ ਆਪਣੇ ਆਤਮਿਕ ਜੀਵਨ ਦੀ ਜ਼ਿੰਦਗੀ ਪ੍ਰਾਪਤ ਕਰਦੀ ਹੈ। ਸਿਮਰ ਸਿਮਰ ਹਉ ਜੀਵਾਂ ਜੀਓ, ਮੇਰੇ ਅੰਦਰ ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖ ਭਾਏ ਰਾਮ। ਪ੍ਰਭੂ ਨੂੰ ਗੁਰੂ ਰਾਹੀਂ ਚੇਤੇ ਕਰਨਾ ਆਤਮਿਕ ਜੀਵਨ ਦੀ ਪ੍ਰਾਪਤੀ ਹੈ। ਔਰ ਇਹ ਪ੍ਰੇਮ ਸਾਡੇ ਅੰਦਰ ਪੈਦਾ ਹੋਏ, ਉਸ ਪ੍ਰਭੂ ਲਾਲ ਗੋਪਾਲ ਨੂੰ ਅਸੀਂ ਕੂਕ ਪੁਕਾਰ ਕਰ ਸਕੀਏ ਜੀ। ਦੁਖ ਭੰਜਨ ਨਿਧਾਨ ਅਮੋਲੇ, ਨਿਰਭਉ ਨਿਰਵੈਰ ਅਥਾ ਅਤੁਲੇ। ਅਕਾਲ ਮੂਰਤ ਅਜੂਨੀ ਸੰਭਉ, ਮਨ ਸਿਮਰਤ ਠੰਡਾ ਥੀਵਾ ਜੀਓ। ਦੁਖ ਭੰਜਨ ਨਿਧਾਨ ਅਮੋਲੇ, ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ। ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ। ਨਿਧਾਨ ਕਹਿੰਦੇ ਖਜ਼ਾਨਾ ਹੈ, ਤੇ ਜਿਹੜਾ ਅਮੋਲੇ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਹੈ, ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਜਿਹਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ। ਨਿਰਭਉ ਨਿਰਵੈਰ ਅਥਾ ਅਤੁਲੇ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਬਹੁਤ ਬਹੁਤ ਵਿਸ਼ਾਲ ਹੈ, ਅਥਾਹ ਹੈ, ਤੋਲਿਆ ਨਹੀਂ ਜਾ ਸਕਦਾ ਕਿ ਬਈ ਕਿੰਨੀ ਕੁ ਕੀਮਤ ਨਾਲ ਮਿਲਦਾ। ਅਕਾਲ ਮੂਰਤ ਅਜੂਨੀ ਸੰਭਉ, ਆਪਣੇ ਆਪ ਤੋਂ ਹੈ, ਕਾਲ ਰਹਿਤ ਹੈ, ਉਹਦੀ ਮੂਰਤ ਕੋਈ ਨਹੀਂ ਬਣਾ ਸਕਦਾ, ਇਸ ਕਰਕੇ ਅਕਾਲ ਮੂਰਤ ਹੈ। ਜੂਨਾ ਤੋਂ ਰਹਿਤ ਹੈ, ਆਪਣੇ ਆਪ ਤੋਂ ਸੰਭਉ, ਕਿ ਜਿਹਦਾ ਕੋਈ ਮਾਂ ਬਾਪ ਨਹੀਂ ਹੈ, ਜੰਮਣ ਵਾਲਾ ਨਹੀਂ ਹੈ, ਉਹੀ ਹੈ। ਮਨ ਸਿਮਰਤ ਠੰਡਾ ਥੀਵਾ ਜੀਓ, ਉਹਦਾ ਸਿਮਰਨ ਕੀਤਿਆਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਨ ਸੁਨ ਹੋਵੈ, ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ। ਸਤਿਗੁਰ ਕਾ ਦਰਸ਼ਨ ਪਾਏ ਜੀਓ। ਦੁਨੀਆ ਦੇ ਸਾਰੇ ਕਾਰਜ ਵਕਤੀ ਤੌਰ ਤੇ ਇਉਂ ਜਾਪਣਗੇ, ਮਨ ਨੂੰ ਠੰਡ ਪਾਤੀ, ਪਰ ਅਸਲ ਠੰਡ ਤਾਂ ਪੈਂਦੀ ਹੈ ਜਦ ਪ੍ਰਭੂ ਦਾ ਸਿਮਰਨ ਮਨ ਵਿੱਚ ਵਸਦਾ ਹੈ, ਜਿਹੜਾ ਕਾਲ ਰਹਿਤ ਹੈ, ਜੂਨਾ ਤੋਂ ਰਹਿਤ ਹੈ, ਆਪਣੇ ਆਪ ਤੋਂ ਹੈ ਜੀ। ਸਦਾ ਸੰਗੀ ਹਰ ਰੰਗ ਗੋਪਾਲਾ, ਊਚ ਨੀਚ ਕਰੇ ਪ੍ਰਤਪਾਲਾ। ਨਾਮ ਰਸਾਇਣ ਮਨ ਤ੍ਰਿਪਤਾਇਣ, ਗੁਰਮੁਖ ਅੰਮ੍ਰਿਤ ਪੀਵਾ ਜੀਓ। ਅੱਜ ਦਾ ਹੁਕਮ ਤੁਸੀਂ ਪੜ੍ਹ ਕੇ ਆਏ ਹੋਵੋਗੇ, ਜਹ ਜਹ ਪੇਖੋਂ ਤੈ ਹਜ਼ੂਰ, ਦੂਰ ਕਤਹੂ ਨਾ ਜਾਈ। ਇਹੀ ਗੱਲ ਹੈ, ਸਦਾ ਸੰਗੀ ਹਰ ਹਰ ਗੋਪਾਲਾ। ਉਹ ਧਰਤੀ ਦਾ ਪ੍ਰਤਪਾਲਕ ਸਦਾ ਅੰਗ ਸੰਗ ਹੈ ਜੀ, ਕਿਸੇ ਤੋਂ ਦੂਰ ਨਹੀਂ ਹੈ। ਊਚ ਨੀਚ ਕਰੇ ਪ੍ਰਤਪਾਲਾ, ਉਹ ਸਭ ਦੇ ਅੰਦਰ, ਵੱਡਿਆਂ ਦੇ ਵਿੱਚ, ਛੋਟਿਆਂ ਵਿੱਚ, ਉੱਚਿਆਂ ਵਿੱਚ, ਨੀਚਿਆਂ ਵਿੱਚ, ਪਾਪੀਆਂ ਤੇ ਪੁੰਨੀਆਂ ਦੀ ਸਭ ਦੀ ਪ੍ਰਤਪਾਲਨਾ ਕਰਦਾ। ਨਾਮ ਰਸਾਇਣ, ਆਹ ਜਿਹੜਾ ਬਚਨ ਹੈ ਨਾ, ਨਾਮ ਦਾ ਜਿਹੜਾ ਰਸ ਹੈ, ਰਸਦਾਇਕ ਆਇਣ, ਜਿਹੜਾ ਰਸ ਆਉਂਦਾ, ਉਹੀ ਫਿਰ ਮਨ ਤ੍ਰਿਪਤਾਇਣ, ਮਨ ਨੂੰ ਤ੍ਰਿਪਤਾ ਸਕਦਾ। ਇਸ ਤੋਂ ਬਿਨਾਂ ਕੋਈ ਹੋਰ ਮਨ ਨੂੰ ਰਜਾਉਣ ਵਾਲਾ ਨਹੀਂ ਹੈ। ਗੁਰਮੁਖ ਅੰਮ੍ਰਿਤ ਪੀਵਾ ਜੀਓ, ਗੁਰੂ ਦੇ ਰਾਹੀਂ ਇਹ ਨਾਮ ਦਾ ਅੰਮ੍ਰਿਤ ਰਸ ਮਿਲਦਾ, ਜਿਸ ਰਸ ਨੂੰ ਪ੍ਰਾਪਤ ਕੀਤਿਆਂ ਮਨ ਤ੍ਰਿਪਤ ਹੁੰਦਾ ਹੈ ਜੀ। ਦੁਖ ਸੁਖ ਪਿਆਰੇ ਤੁਧ ਧਿਆਈ, ਇਹ ਸੁਮਤ ਗੁਰੂ ਤੇ ਪਾਈ। ਨਾਨਕ ਕੀ ਤਰ ਤੂੰ ਹੈ ਠਾਕੁਰ, ਹਰ ਰੰਗ ਪਾਰ ਪਰੀਵਾ ਜੀਓ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਇਹ ਬਾਰੰਬਾਰ ਬਚਨ ਤੁਸੀਂ ਪੜੋਗੇ ਕਿ ਸੂਖ ਦੁਖ ਇਸ ਮਨ ਕੀ ਬਿਰਥਾ ਤੁਝ ਹੀ ਆਗੇ ਸਾਰੇ। ਜਾਏ ਬਚਨ, ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁਖ ਵੀ ਤੁਝੈ ਧਿਆਈ। ਦੁੱਖ ਸੁਖ ਪਿਆਰੇ ਤੁਧ ਧਿਆਈ। ਭਗਤ ਦੀ ਜਿਹੜੀ ਕਾਰ ਹੈ ਨਾ, ਦੁੱਖ ਵਿੱਚ ਵੀ ਵਾਹਿਗੁਰੂ ਦਾ ਸਿਮਰਨ ਤੇ ਸੁੱਖ ਵਿੱਚ ਵੀ ਵਾਹਿਗੁਰੂ ਦਾ ਧਿਆਨ। ਇਹ ਸੁਮਤ ਗੁਰੂ ਤੇ ਪਾਈ, ਗੁਰੂ ਤੋਂ ਹੀ ਇਹ ਸੁਮਤ ਮਿਲਦੀ ਹੈ ਕਿ ਭਾਈ ਜਿਹਨੇ ਸਭ ਕੁਝ ਦਿੱਤਾ ਉਹਨੂੰ ਜ਼ਰੂਰ ਚੇਤੇ ਕਰੋ।
ਨੌਵੇਂ ਮਹੱਲੇ ਦੇ ਸ਼ਲੋਕਾਂ ਦਾ ਪਾਠ ਜਦ ਤੁਸੀਂ ਕਰੋਗੇ, ਸੁਣੋਗੇ, ਫਿਰ ਤੁਹਾਨੂੰ ਇਹੀ ਪ੍ਰਤੀਤੀ ਹੋਏਗੀ ਗੁਰੂ ਤੇਗ ਬਹਾਦਰ ਸਾਹਿਬ ਹਮੇਸ਼ਾ ਇਹ ਚੇਤੇ ਕਰਾ ਰਹੇ ਨੇ ਕਿ ਜਿਨ੍ਹਾਂ ਨੀਕੇ ਮਹਿਲਾਂ ਵਿੱਚ, ਸੋਹਣੇ ਘਰਾਂ ਵਿੱਚ ਤੁਸੀਂ ਰਹਿ ਰਹੇ ਹੋ, ਉਹਨੂੰ ਕਿਉਂ ਨਹੀਂ ਚੇਤੇ ਕਰ ਰਹੇ? ਜਿਹਦੀ ਬਖਸ਼ਿਸ਼ ਦੇ ਨਾਲ ਤੁਸੀਂ ਆਪਣੇ ਮਨ ਅੰਦਰ ਠਹਿਰਾਵ ਪ੍ਰਾਪਤ ਕਰ ਰਹੇ ਹੋ, ਕਿਉਂ ਨਹੀਂ ਉਹਦਾ ਧਿਆਨ ਧਰ ਰਹੇ? ਇਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕਾਂ ਦੀ ਜਦ ਤੁਸੀਂ ਸੁਖਮਨੀ ਸਾਹਿਬ ਗੁਰੂ ਅਰਜੁਨ ਦੇਵ ਜੀ ਦੀ ਬਾਣੀ ਸਾਹਮਣੇ ਰੱਖ ਕੇ ਪੜੋਗੇ, ਫਿਰ ਇਉਂ ਜਾਪੇਗਾ ਗੱਲ ਉਹੀ ਕੀਤੀ ਹੈ ਕਿ ਜੇ ਪ੍ਰਸਾਦ ਛਤੀ ਅੰਮ੍ਰਿਤ ਕਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ। ਇਹੀ ਕਿਰਪਾ ਹੈ। ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਕਿਉਂ ਨਹੀਂ ਚੇਤੇ ਕਰੀਏ? ਦੁੱਖ ਵੀ ਉਹਦਾ ਤੇ ਸੁੱਖ ਵੀ ਉਹਦਾ ਦਿੱਤਾ, ਉਹਨੂੰ ਧਿਆਉਣਾ ਇਹ ਭਗਤ ਦੀ ਕਾਰ ਹੈ। ਇਹ ਸੁਮਤ ਗੁਰੂ ਤੇ ਪਾਈ, ਨਾਨਕ ਕੀ ਧਰ ਤੂੰ ਹੈ ਠਾਕੁਰ। ਇਹ ਟੇਕ ਹੀ ਵਾਹਿਗੁਰੂ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਕਹਿੰਦੇ ਸਾਡੀ ਟੇਕ ਹੀ ਉਹ ਹੈ। ਮੈਂ ਸਭ ਕੀ ਛੋਰ ਪ੍ਰਭ ਤੂੰ ਹੀ ਧਿਆਇਆ, ਨਾਨਕ ਕੀ ਧਰ ਤੂੰ ਹੈ ਠਾਕੁਰ। ਹਰ ਰੰਗ ਪਾਰ ਪਰੀਵਾ ਜੀਓ। ਇਹ ਲਾਲਨ ਵਾਹਿਗੁਰੂ ਦੇ ਸਿਮਰਨ ਦੇ ਰੰਗ ਵਿੱਚੋਂ ਹੀ ਮੈਂ ਭਵ ਸਾਗਰ ਪਾਰ ਕਰ ਸਕਦਾ, ਇਸ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ ਜੀ। ਮਾਝ ਮਹਿਲਾ ਪੰਜਵਾ। ਧੰਨ ਸੁਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸਫਲ ਦਰਸ਼ਨ ਨੇਤਰ ਪੇਖਤ ਤਰਿਆ। ਧੰਨ ਮੂਰਤ ਚਸੇ ਪਲ ਘੜੀਆਂ, ਧੰਨ ਸੋਏ ਸੰਜੋਗਾ ਜੀਓ। ਸਾਰੇ ਮਹੀਨੇ ਥਿੱਤਾਂ ਵਾਰ, ਸਾਰੇ ਦਿਨ, ਸਾਰੇ ਸਮੇਂ ਦੀ ਇਕਾਈ ਤੇ ਇੱਥੋਂ ਤੱਕ ਵੱਡੇ ਸੰਜੋਗਾਂ ਦਾ ਵੀ ਜ਼ਿਕਰ ਇਹਨਾਂ ਤੁਕਾਂ ਵਿੱਚ ਆ ਗਿਆ। ਇੱਕ ਬਚਨ ਹੋਰ ਗੁਰੂ ਅਰਜੁਨ ਦੇਵ ਜੀ ਦਾ, ਧਨ ਸੁਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਣਾ। ਇਹ ਬੜੀ ਬਖਸ਼ਿਸ਼ ਹੈ, ਕਿਉਂਕਿ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ। ਮੇਰਾ ਪ੍ਰੀਤਮ ਵਾਹਿਗੁਰੂ ਹੈ, ਜਿੰਦ ਦੇਣ ਵਾਲਾ ਹੈ। ਇਹਨੇ ਸਰੀਰਿਕ ਜਿੰਦ ਵੀ ਦੇਣੀ ਹੈ, ਇਹਨੇ ਆਤਮਿਕ ਜਿੰਦ ਵੀ ਦੇਣੀ ਹੈ। ਹੁਣ ਫੈਸਲਾ ਸਾਡਾ ਹੈ, ਜਾਂ ਅਸੀਂ ਸਰੀਰਿਕ ਤੌਰ ਤੇ ਜਿੰਦੇ ਹੋ ਕੇ ਆਤਮਿਕ ਮੌਤ ਮਰ ਕੇ ਇੱਥੋਂ ਜਾਈਏ, ਜਾਂ ਆਤਮਿਕ ਮੌਤ ਜਿਉਂਦਿਆਂ ਆਪਣਾ ਇਹ ਜੀਵਨ ਸਫਲ ਕਰੀਏ। ਇਸ ਸ਼ਬਦ ਦੇ ਵਿੱਚ ਹਰ ਵੇਲੇ ਹਰ ਘੜੀ ਕੇ ਸੁਖ ਆਰਾਧਨ ਦੁਖ ਆਰਾਧਨ, ਬਿਸਰੈ ਨਾ ਕਾਹੂ ਬੇਰਾ। ਕਿ ਸੁਖ ਵਿੱਚ ਵੀ ਤੇਰਾ ਸਿਮਰਨ ਤੇ ਦੁੱਖ ਵਿੱਚ ਵੀ ਤੇਰਾ ਸਿਮਰਨ। ਕੀ ਹੋਏਗਾ? ਸੁਖ ਵਾਲੀ ਘੜੀ ਆਨੰਦਮਈ ਹੋ ਜਾਏਗੀ ਤੇ ਦੁੱਖ ਵਾਲੀ ਘੜੀ ਦਾ ਦੁੱਖ ਪੋ ਨਹੀਂ ਸਕੇਗਾ। ਇਸ ਕਰਕੇ ਸਾਹਿਬ ਜੀ ਕਹਿੰਦੇ ਮਾਝ ਮਹੱਲਾ ਪੰਜਵਾਂ, ਧੰਨ ਸੁਵੇਲਾ ਜਿਤ ਮੈਂ ਸਤਿਗੁਰ ਮਿਲਿਆ। ਜਦ ਸਤਿਗੁਰ ਦਾ ਸਿਮਰਨ ਕਰ ਲਿਆ, ਸਤਿਗੁਰ ਨੂੰ ਧਿਆ ਲਿਆ, ਫਿਰ ਉਹ ਵੇਲਾ ਧਨ ਹੈ। ਅੱਗੇ ਜ਼ਿਕਰ ਕੀਤਾ ਸਤਿਗੁਰ ਜੀ ਫਰਮਾਉਂਦੇ ਸਫਲ ਦਰਸ਼ਨ ਨੇਤਰ ਪੇਖਤ ਤਰਿਆ। ਕੱਲ ਵੀ ਪੜਿਆ ਸੀ, ਅਮੋਘ ਦਰਸ਼ਨ ਹੈ ਵਾਹਿਗੁਰੂ ਦਾ। ਗੁਰੂ ਦਾ ਦਰਸ਼ਨ ਫਲ ਪ੍ਰਾਪਤੀ ਵਾਲਾ ਹੈ। ਇਹ ਦਰਸ਼ਨ ਸਫਲ ਹੈ। ਨੇਤਰ ਅੱਖਾਂ ਨੂੰ ਪੇਖਤ ਤਰਿਆ, ਜੇ ਅੱਖਾਂ ਇਹ ਦਰਸ਼ਨ ਕਰ ਲੈਣ ਜੀਵਨ ਤਰ ਸਕਦਾ। ਪਰ ਇਹ ਦਰਸ਼ਨ ਇਕੱਲਾ ਰੁਮਾਲਿਆਂ ਵਾਲਾ ਨਹੀਂ ਹੈ। ਜਦ ਗੁਰਸਿੱਖਾਂ ਨੇ ਅਰਦਾਸ ਬਣਾਈ, ਪੰਥ ਦੀ ਅਰਦਾਸ ਦੇ ਵਿੱਚ ਜ਼ਿਕਰ ਕੀਤਾ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹ। ਇਹ ਫੈਸਲਾ ਕੀਤਾ ਕਿ ਪਾਠ ਹੀ ਅਸਲ ਦੇ ਵਿੱਚ ਗੁਰੂ ਦਾ ਦੀਦਾਰ ਹੈ। ਤੇ ਜੇ ਪਾਠ ਦਾ ਜੇ ਚੇਤਾ ਹੋ ਜਾਏ, ਪਾਠ ਵਿੱਚੋਂ ਸਿਮਰਨ ਹੋ ਜਾਏ, ਕੀਰਤਨ ਵਿੱਚੋਂ ਪ੍ਰਭੂ ਦਾ ਯਾਦ ਚੇਤਾ ਹੋ ਜਾਏ, ਤੇ ਇਹ ਗਿਆਨ ਹੈ, ਇਹ ਦਰਸ਼ਨ ਹੈ। ਅੱਗੇ ਸਾਹਿਬ ਜੀ ਧੰਨ ਮੂਰਤ ਚਸੇ ਪਲ ਘੜੀਆਂ, ਵਿਸਵੇ ਚਸੀਆਂ ਘੜੀਆਂ ਪਹਿਰਾਂ ਥਿਤੀ ਵਾਰੀ ਮਾਂ ਹੋਵਾ। ਕਿੰਨਾ ਕੁਛ ਹੈ। ਉਹ ਮੂਰਤ, ਮੂਰਤ ਦਾ ਮਤਲਬ ਮੂਰਤੀ ਨਹੀਂ, ਮਹੂਰਤ। ਕਿ ਉਹ ਮਹੂਰਤ ਧਨ ਹੈ ਜਦ ਅਸੀਂ ਕੋਈ ਕਾਰਜ ਸ਼ੁਰੂ ਕਰਦੇ ਹਾਂ। ਕਿ ਸਤਿਗੁਰ ਅੱਗੇ ਅਰਦਾਸ ਕਰਕੇ ਇਹ ਕਾਰਜ ਸ਼ੁਰੂ ਕੀਤਾ, ਜੀ ਕੀ ਬਿਰਤਾ ਹੋਏ ਸੋ ਗੁਰ ਪੈ ਅਰਦਾਸ ਕਰ। ਕਿੰਨੇ ਸਾਰੇ ਅਸੀਂ ਕਾਰਜਾਂ ਦੇ ਵਿੱਚ ਇਹ ਸ਼ਬਦਾਂ ਨੂੰ ਮਨ ਅੰਦਰ ਚੇਤੇ ਰੱਖੀਏ। ਸੱਚੇ ਪਾਤਸ਼ਾਹ ਕਾਰਜ ਸਫਲ ਕਰਨ ਵਾਲੇ ਧਨ ਮੂਰਤ, ਮੂਰਤ ਪੜਦਾ ਹੈ ਹਾਹਾ ਲਾ ਕੇ ਉਚਾਰਨ ਵਿੱਚ, ਭਾਵੇਂ ਇੱਥੇ ਨਹੀਂ ਹੈ। ਮੂਰਤ ਦਾ ਲਫ਼ਜ਼ ਮੂਰਤੀ ਹੈ, ਮੂਰਤ। ਤਨ ਮੂਰਤ ਚਸੇ ਪਲ ਘੜੀਆਂ, ਉਹ ਚਸਾ, ਉਹ ਪਲ, ਉਹ ਘੜੀ, ਉਹ ਸਭ ਸਫਲ ਹੈ। ਧਨ ਸੋ ਓਏ ਸੰਜੋਗਾ ਜੀਓ। ਜਦ ਗੁਰੂ ਦਾ ਤੇ ਸੁਰਤ ਦਾ, ਸ਼ਬਦ ਤੇ ਸੁਰਤ ਦਾ ਮਿਲਾਪ ਹੁੰਦਾ ਹੈ ਇਸ ਸੰਸਾਰ ਵਿੱਚ, ਇਸ ਧਰਤੀ ਤੇ, ਉਸ ਤੋਂ ਚੰਗਾ ਸੰਜੋਗ ਨਹੀਂ ਹੈ। ਸਭ ਤੋਂ ਭਲਾ ਸੰਜੋਗ ਹੈ ਸ਼ਬਦ ਗੁਰੂ ਸੁਰਤ ਧੁਨ
ਚੇਲਾ। ਇਹਨੂੰ ਹੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਕਹਿੰਦੇ ਸਭ ਤੋਂ ਭਲਾ ਸਮਾਂ ਇਹ ਹੁਣ ਸਾਡੀ ਜ਼ਿੰਦਗੀ ਦਾ ਇਸ ਵੇਲੇ ਹੈ, ਕਿਉਂਕਿ ਜੇ ਸਾਨੂੰ ਕਰਤਾਰ ਚੇਤੇ ਹੈ ਗੁਰੂ ਦੇ ਸ਼ਬਦ ਵਿੱਚ, ਤੇ ਇਸ ਤੋਂ ਚੰਗਾ ਥੋੜੀ ਸੰਜੋਗ ਹੋ ਸਕਦਾ ਹੈ। ਇਹਨੂੰ ਤੇ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਗੰਗਾ ਜਲ ਗੁਰੂ ਗੋਬਿੰਦ ਨਾਮ, ਨਾਮ ਤੋਂ ਪਵਿੱਤਰ ਕੀ ਹੈ? ਇਹ ਸੰਜੋਗ ਜਿਹੜਾ ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ, ਇਸ ਤੋਂ ਚੰਗਾ ਕੋਈ ਸੰਜੋਗ ਮਿਲਾਪ ਨਹੀਂ ਹੈ ਜੀ। ਉਦਮ ਕਰਤ ਮਨ ਨਿਰਮਲ ਹੋਆ, ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ, ਨਾਮ ਨਿਧਾਨ ਸਤਿਗੁਰੂ ਸੁਣਾਇਆ, ਮਿਟ ਗਏ ਸਗਲੇ ਰੋਗਾ ਜੀਓ। ਉਦਮ ਕਰਤ ਮਨ ਨਿਰਮਲ ਹੋਆ, ਮਨ ਨਿਰਮਲ ਹੁੰਦਾ ਹੈ ਪ੍ਰਭੂ ਦੇ ਸਿਮਰਨ ਦੇ ਉਦਮ ਦੇ ਵਿੱਚ। ਇਹ ਉਦਮ ਅਸੀਂ ਕਰਕੇ ਰਾਜ਼ੀ ਨਹੀਂ। ਦੁਨੀਆ ਦੇ ਸਾਰੇ ਉਦਮ ਕਰਾ ਲਓ ਕਿ ਬੁਰੇ ਕਾਮ ਕੋ ਊਠ ਖਲੋਆ, ਨਾਮ ਕੀ ਬੇਲਾ ਪੈ ਪੈ ਸੋਆ। ਇਹ ਉਦਮ ਜਿਹੜਾ ਹੈ, ਉਦਮ ਕਰਿੰਦਿਆਂ ਜੀਓ ਤੂੰ ਕਮਾਵੰਦਿਆਂ, ਸੁਖ ਪੁੰਚ ਧਿਆਉਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉਦਮ ਕਰਤ ਮਨ ਨਿਰਮਲ ਹੋਆ, ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ। ਗੁਰੂ ਦੇ ਦਿੱਤੇ ਹੋਏ ਮਾਰਗ ਹੀ ਪ੍ਰਭੂ ਦੇ ਰਸਤੇ ਤੇ, ਪ੍ਰਭੂ ਦੇ ਦਰ ਤੱਕ ਪਹੁੰਚਦੇ ਨੇ। ਇਹ ਮਾਰਗ ਤੁਰੇਗਾ ਤੇ ਮਨ ਤੇਰਾ ਨਿਰਮਲ ਹੋਣਾ ਸ਼ੁਰੂ ਹੋ ਜਾਏਗਾ। ਮਾਰਗ ਕੀ ਹੈ? ਮਹਾਰਾਜ ਜੀ ਕਹਿੰਦੇ ਨਾ ਪਰ ਕਾ ਬੁਰਾ ਨਾ ਰਾਖੋ ਚੀਤ, ਇਹ ਮਾਰਗ ਤੇ ਤੁਰਨਾ ਹੈ। ਸਤਿਗੁਰੂ ਜੀ ਕਹਿੰਦੇ ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਇਹ ਮਾਰਗ ਹੈ। ਸਤਿਗੁਰੂ ਜੀ ਦਾ ਬਚਨ ਹੈ ਕਿ ਇਹ ਬਚਨ ਬਾਣੀ ਦੇ ਵਿੱਚ ਬਾਬਾ ਫਰੀਦ ਵੀ ਬੋਲਦੇ ਆ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਛ ਪਾਏ। ਇਹ ਮਾਰਗ ਤੇ ਤੁਰਨਾ ਹੈ। ਇਹ ਨਿੱਕੇ ਨਿੱਕੇ ਉਪਦੇਸ਼ ਹੀ ਗੁਰੂ ਦੇ ਮਾਰਗ, ਇਹ ਪੈੜਾਂ ਨੇ ਗੁਰੂ ਦੇ ਸ਼ਬਦ ਦੀਆਂ। ਜਿਹੜਾ ਤਰਦਾ ਮਨ ਨਿਰਮਲ ਹੁੰਦਾ ਹੈ। ਬੋਲਣ ਤੇ ਕਹਿਣ ਵਾਲੇ ਮੇਰੇ ਵਰਗੇ ਬਹੁਤ ਆਣਗੇ, ਆ ਕੇ ਚਲੇ ਜਾਣਗੇ। ਤੁਰਨ ਵਾਲਾ ਹੀ ਨਿਰਮਲ ਹੁੰਦਾ ਹੈ। ਸਾਹਿਬ ਜੀ ਅੱਗੇ ਕਹਿੰਦੇ ਸਾਰਾ ਭ੍ਰਮ ਦੂਰ ਹੁੰਦਾ ਹੈ। ਨਾਮ ਨਿਧਾਨ ਸਤਿਗੁਰੂ ਸੁਣਾਇਆ, ਮਿਟ ਗਏ ਸਗਲੇ ਰੋਗਾ ਜੀਓ। ਹਉਮੈ ਰੋਗ, ਤ੍ਰਿਸ਼ਨਾ ਰੋਗ, ਚਿੰਤਾ ਰੋਗ, ਵਿਕਾਰਾਂ ਦਾ ਰੋਗ, ਇਹ ਸਾਰੇ ਰੋਗ ਸਤਿਗੁਰੂ ਨੂੰ ਸੁਣਿਆ, ਸਤਿਗੁਰ ਦੇ ਸ਼ਬਦ ਨਿਧਾਨ ਨੂੰ ਸੁਣਿਆ ਦੂਰ ਹੁੰਦੇ ਨੇ ਜੀ। ਅੰਤਰ ਬਾਹਰ ਤੇਰੀ ਬਾਣੀ, ਤੁਧ ਆਪ ਕਥੀ ਤੈ ਆਪ ਬਖਾਣੀ। ਗੁਰ ਕਹਿਆ ਸਭ ਏਕੋ ਏਕੋ, ਅਵਰ ਨਾ ਕੋਈ ਹੋਏਗਾ ਜੀਓ। ਬਾਹਰੋਂ ਬੋਲਣ ਵਾਲਾ ਸ਼ਬਦ ਵੀ ਬਾਣੀ ਹੈ ਜੀ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਤੇ ਅੰਦਰ ਗੂੰਜਣ ਵਾਲੀ ਅਨਹਦ ਬਾਣੀ ਜਿਹੜੀ ਹੈ ਉਹ ਵੀ ਅੰਦਰ ਦੀ, ਉਹ ਵੀ ਪ੍ਰਭੂ ਦੀ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈਏ ਵਾਲਾ ਸੱਚ ਹੈ। ਅੰਤਰ ਬਾਹਰ ਤੇਰੀ ਬਾਣੀ। ਬਾਹਰੋਂ ਕੋਈ ਸ਼ਬਦ ਵਾਹਿਗੁਰੂ ਉਚਾਰ ਰਿਹਾ, ਕੋਈ ਮੂਲ ਮੰਤਰ, ਕੋਈ ਬਾਣੀ, ਉਹ ਵੀ ਤੇਰੀ ਹੈ। ਤੇ ਕਿਸੇ ਦੇ ਅੰਦਰ ਸਿਮਰਨ ਕਰਦਿਆਂ ਅਨਹਦ ਧੁਨਾਂ ਤੁਰ ਪਈਆਂ ਨੇ, ਚੱਲ ਪਈਆਂ ਨੇ। ਸਹਿਜ ਧੁਨ ਰੂਪੀ ਸਿਮਰਨ ਸ਼ੁਰੂ ਹੋ ਗਿਆ। ਇਹ ਵਾਹਿਗੁਰੂ ਜੀ ਤੁਹਾਡੀ ਹੀ ਬਾਣੀ ਹੈ, ਤੁਹਾਡੇ ਹੀ ਕੌਤਕ ਨੇ। ਤੁਧ ਆਪ ਕਥੀ ਤੈ ਆਪ ਵਖਾਣੀ, ਆਪ ਹੀ ਤੁਸੀਂ ਸਾਡੇ ਵਿੱਚੋਂ ਬੋਲ ਰਹੇ ਹੋ, ਵਖਿਆਨ ਕਰ ਰਹੇ ਹੋ। ਗੁਰ ਕਹਿਆ ਸਭ ਏਕੋ ਏਕੋ, ਗੁਰੂ ਨੇ ਕਿਹਾ ਸਭ ਇੱਕ ਹੈ, ਇੱਕ ਹੈ। ਬਾਹਰ ਭੀਤਰ ਏਕੋ ਜਾਨੋ ਵਾਲਾ ਸੱਚ ਹੈ, ਸਭ ਇੱਕੋ ਹੀ ਹੈ। ਅਵਰ ਨਾ ਕੋਈ ਹੋਏਗਾ ਜੀਓ, ਉਹਦੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਜੀ। ਅੰਮ੍ਰਿਤ ਰਸ ਹਰ ਗੁਰ ਤੇ ਪੀਆ, ਹਰ ਪੈਨਣ ਨਾਮ ਭੋਜਨ ਥੀਆ। ਨਾਮ ਰੰਗ ਨਾਮ ਚੋਜ ਤਮਾਸ਼ੇ, ਨਾਉ ਨਾਨਕ ਕੀਨੇ ਭੋਗਾ ਜੀਓ। ਨਾਮ ਰਸ ਗੁਰੂ ਤੋਂ ਪ੍ਰਾਪਤ ਹੋਣਾ ਹੈ ਜੀ। ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਹਰ ਪਹਿਨਣ ਨਾਮ ਭੋਜਨ ਥੀਆ, ਸਤਿਗੁਰ ਤੁਮਕੋ ਹੋਏ ਦਿਆਲਾ। ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ। ਭੋਜਨ ਕੀਰਤਨੀ, ਪਹਿਨਣ ਦਾ ਨਾਮ ਦਾ ਮਤਲਬ ਹੈ ਕਿ ਸਾਡਾ ਜਿਹੜਾ ਕਰਮੀ ਆਵੇ ਕੱਪੜਾ, ਨਦਰੀ ਮੋਖ ਦਵਾਰ। ਤੁਹਾਡੇ ਨਾਮ ਦਾ ਕੱਪੜਾ ਸਾਡੇ ਅੰਦਰ ਦੇ ਅਵਗੁਣਾਂ ਨੂੰ ਢੱਕ ਲੇ। ਤੁਹਾਡੇ ਨਾਮ ਦਾ ਭੋਜਨ ਸਾਡੇ ਅੰਦਰ ਦੀ ਭੁੱਖ ਨੂੰ, ਇੰਦਰੀਆਂ ਦੀ ਭੁੱਖ ਨੂੰ ਰਜਾ ਦੇ। ਇਹੀ ਭੋਜਨ ਤੇ ਕੱਪੜਾ ਮਿਲਿਆ। ਨਾਮ ਰੰਗ ਨਾਮ ਚੋਜ ਤਮਾਸ਼ੇ, ਭਗਤ ਨੂੰ ਦੁਨੀਆ ਦੇ ਚੋਜ ਤਮਾਸ਼ਿਆਂ ਦੀ ਭੁੱਖ ਨਹੀਂ ਹੈ। ਨਾਮ ਵਿੱਚ ਟਿਕਣਾ ਹੀ ਅਸਲ ਰੰਗ ਹੈ। ਨਾਮ ਵਿੱਚ ਟਿਕਣਾ ਹੀ ਦੁਨੀਆ ਦੇ ਸਾਰੇ ਸੁੱਖ ਉਹਦੀ ਝੋਲੀ ਪੈ ਜਾਂਦੇ ਨੇ। ਦੁਨੀਆ ਦੇ ਲੋਕ ਭੱਜੇ ਫਿਰਦੇ ਨੇ ਜੀ, ਤੂੰ ਕਿਉਂ ਨਹੀਂ ਮਾਣਦਾ ਰੰਗ,
ਉਹ ਕਹਿੰਦਾ ਜਿਹੜਾ ਰੰਗ ਮੈਂ ਮਾਣ ਰਿਹਾ ਮੈਂ ਕਿਵੇਂ ਦੱਸਾਂ। ਭਗਤ ਲਈ ਜਿਹੜੇ ਚੂਤ ਤਮਾਸ਼ੇ ਨੇ ਉਹ ਨਾਮ ਵਿੱਚ ਟਿਕਣਾ ਹੀ ਹੈ। ਨਾਨਕ ਕੀਨੇ ਭੋਗਾ ਜੀਓ, ਦੁਨੀਆ ਦੇ ਸਾਰੇ ਭੋਗ ਪਦਾਰਥਾਂ ਦੇ ਰਸ ਨਾਮ ਵਿੱਚੋਂ ਭਗਤਾਂ ਨੂੰ ਪ੍ਰਾਪਤ ਨੇ ਜੀ। ਮਾਝ ਮਹਿਲਾ ਪੰਜਵਾ। ਜਪੋ ਜੀ। ਸਗਲ ਸੰਤਨ ਪਹਿ ਵਸਤ ਇਕ ਮੰਗਾਉ, ਕਰੂੰ ਬੇਨੰਤੀ ਮਾਨ ਤਿਆਗਉ, ਵਾਰ ਵਾਰ ਜਾਈ ਲਖ ਵਰੀਆ, ਦੇਹੁ ਸੰਤਨ ਕੀ ਧੂਰਾ ਜੀਓ। ਇਹ ਬਚਨ ਚੇਤੇ ਕਰੀਏ, ਰੋਜ਼ ਪੜ੍ਹਦੇ ਆ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹ ਸੰਤ ਜਨਾਂ ਦੀ ਸਾਧ ਸੰਗਤ ਦੀ ਸੇਵਾ ਕਰਨ ਦਾ ਸੁਭਾਗ ਮਿਲਿਆ ਭਾਈ, ਕਿ ਸੇਵਾ ਕੋ ਦੋਏ ਭਲੇ, ਏਕ ਸੰਤ ਇਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਇਹ ਸੇਵਾ ਹੈ। ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਔਦ ਘਟੈ ਦਿਨਸ ਰਹਿਣ ਆਰੇ ਮਨ, ਗੁਰ ਮਿਲ ਕਾਜ ਸਵਾਰੇ। ਕਿ ਗੁਰੂ ਨੂੰ ਮਿਲ ਕੇ ਕਾਜ ਸਵਾਰੀਏ। ਆਓ ਸਾਧ ਸੰਗਤ ਨੂੰ ਨਮਸਕਾਰ ਕਰੀਏ। ਇੱਕ ਦੂਸਰਿਆਂ ਦੇ ਸਦਕੇ ਅਸੀਂ ਬੈਠੇ ਹਾਂ, ਇੱਕ ਦੂਸਰਿਆਂ ਦੇ ਉਦਮ ਸਦਕੇ ਅਸੀਂ ਇੱਥੇ ਆਉਂਦੇ ਹਾਂ। ਇਹ ਐਸਾ ਕਾਰਜ ਹੈ ਜਿਸ ਕਾਰਜ ਦਾ ਅਸੀਂ ਕਦੀ ਸ਼ੁਕਰਾਨਾ ਨਹੀਂ ਦੇ ਸਕਦੇ, ਇਹ ਤਰਸ ਨਹੀਂ ਦੇ ਸਕਦੇ ਸਾਧ ਸੰਗਤ ਦਾ। ਇਸ ਸ਼ਬਦ ਰਾਹੀਂ ਇਸ ਭੁੱਲੇ ਮਨ ਨੂੰ ਸਮਝਾ ਰਹੇ ਨੇ ਗੁਰਦੇਵ ਪਿਤਾ ਜੀ ਕਿ ਆਓ ਸੰਤ ਜਨਾਂ ਦੀ ਟੇਕ ਲਈਏ ਤੇ ਸੰਤ ਜਨਾਂ ਨੂੰ ਨਮਸਕਾਰ ਕਰੀਏ। ਕਦੀ ਸੰਤ ਸਾਧ ਸੰਗਤ ਦਾ ਵੀ ਸ਼ੁਕਰਾਨਾ ਕਰੀਏ। ਮਾਝ ਮਹੱਲਾ ਪੰਜਵਾਂ। ਸਗਲ ਸੰਤਨ ਕੀ ਧੂਰਾ ਜੀਓ, ਸਗਲ ਸੰਤਨ ਪੈ ਵਸਤ ਇੱਕ ਮੰਗੋ। ਮੈਂ ਅਰਦਾਸ ਕਰਕੇ ਸੰਤ ਜਨਾਂ ਤੋਂ ਇੱਕ ਦਾਨ ਮੰਗਦਾ। ਕਰੋ ਬੇਨੰਤੀ ਮਾਨ ਤਿਆਗੋ, ਵੀ ਸੰਗਤ ਜੀ ਮੇਰੇ ਤੇ ਰਹਿਮ ਕਰੋ, ਮੇਰੇ ਅੰਦਰ ਦਾ ਮਾਨ ਤਿਆਗਿਆ ਜਾਏ। ਮੈਂ ਕਿਹਨੂੰ ਦਿਖਾਣ ਆ ਰਿਹਾ? ਸਾਧ ਸੰਗਤ ਨੂੰ ਦਿਖਾਣ ਆ ਰਿਹਾ? ਨਹੀਂ, ਇਹ ਮਾਨ ਖਤਮ ਹੋ ਜਾਏ, ਮੈਨੂੰ ਇਹ ਚੇਤਾ ਆ ਜੇ ਕਿ ਇੱਥੇ ਆ ਕੇ ਕਦੂ ਇੱਕ ਚੜੰਦੀਆਂ ਕੌਣ ਜਾਣੈ ਮੇਰਾ ਨਾਉ ਜੀਓ। ਇੱਥੇ ਆ ਕੇ ਪਤਾ ਲੱਗੇ ਕਿ ਇੱਥੇ ਜਿਹੜੀ ਬੈਠੀਆਂ ਨੇ ਗੁਰਮੁਖ ਰੂਹਾਂ ਬੈਠੀਆਂ ਨੇ, ਕਿਸੇ ਦੇ ਅੰਦਰ ਦੀ ਸੋਝੀ ਕੋਈ ਪੈਰਾਮੀਟਰ ਨਹੀਂ ਦੱਸ ਸਕਦਾ ਕਿੰਨਾ ਕੁ ਅੱਗੇ ਕਿੰਨਾ ਕੁ ਪਿੱਛੇ ਹੈ। ਬਸ ਇੱਥੇ ਬੈਠੇ ਸਾਰੇ ਨਿਰਮਲ ਹੈਗੇ ਆ। ਇਸ ਕਰਕੇ ਇੱਥੇ ਨਮਸਕਾਰ ਗੁਰਦੇਵ ਪਿਤਾ ਜੀ ਨੇ ਵੀ ਕੀਤੀ ਸੰਗਤ ਦੇ ਵਿੱਚ। ਜਿਨੀ ਮੈਢਾ ਲਾਲ ਰਿਝਾਇਆ ਹਾਂ ਤਿਸ ਆਗੈ ਮਨ ਡੇਹੀਆ, ਨਾਨਕ ਕਹੈ ਸੁਣ ਬਿਨੋ ਸੁਹਾਗਣ ਮੂੰਹ ਦਸ ਦਿਖਾ ਫਿਰ ਕਹੀਆ। ਇਹ ਅਰਦਾਸ ਕੀਤੀ ਨਾ, ਇੱਥੇ ਇੱਕ ਸਾਧ ਸੰਗਤ ਤੋਂ ਮੈਂ ਦਾਤ ਮੰਗੀ ਹੈ ਕਿ ਸੰਗਤ ਦੇ ਅੱਗੇ ਬੇਨਤੀ ਕੀਤੀ ਹੈ ਮੇਰਾ ਮਾਨ ਖਤਮ ਹੋ ਜਾਏ। ਵਾਰ ਵਾਰ ਜਾਈ ਲਖਵਰੀਆ, ਦੇਹੋ ਸੰਤਨ ਕੀ ਧੂਰਾ ਜੀਓ। ਸੰਤ ਜਨਾਂ ਦੀ ਧੂਰ ਮਿਲ ਜਾਏ, ਕਿਉਂਕਿ ਸੰਤਾਂ ਮਾਨੋ ਦੂਤਾਂ ਡਾਨੋ, ਇਹ ਕੁਟਵਾਰੀ ਮੇਰੀ ਦਿਨਸ ਰਹਿਣ ਤੇਰੇ ਪਾਏ ਪਲੋਸੋਂ, ਕੇਸ ਚਵਰ ਕਰ ਫੇਰੀ। ਪਾਉ ਪਲੋਸੋਂ ਦਾ ਮਤਲਬ ਮੈਂ ਤੇਰੇ ਪੈਰਾਂ ਨੂੰ ਪਲੋਸਾਂ। ਤੇ ਕਬੀਰ ਸਾਹਿਬ ਕਹਿੰਦੇ ਤੇਰੇ ਪੈਰ ਕਿੱਥੇ ਨੇ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਕੇਸ ਚਵਰ ਕਰ ਫੇਰੀ, ਸਾਧ ਸੰਗਤ ਨੂੰ ਚੌਰ ਕਰਾਂ ਮੈਂ, ਸਾਧ ਸੰਗਤ ਦੇ ਚਰਨ ਝਾੜਾਂ। ਇਹੀ ਰੱਬ ਦੀ ਸੇਵਾ ਹੈ। ਇਸ ਸੇਵਾ ਨੂੰ ਸਤਿਗੁਰੂ ਜੀ ਨੇ ਬਹੁਤ ਮਹਾਨ ਆਖਿਆ ਕਿ ਸਾਧ ਸੰਗਤ ਦੀ ਧੂਰ ਪ੍ਰਾਪਤ ਹੋਏ ਜੀ। ਤੁਮ ਦਾਤੇ ਤੁਮ ਪੁਰਖ ਵਿਧਾਤੇ, ਤੁਮ ਸਮਰੱਥ ਸਦਾ ਸੁਖ ਦਾਤੇ, ਸਭ ਕੋ ਤੁਮ ਹੀ ਤੇ ਵਰਸਾਵੈ, ਅਵਸਰ ਕਰੋ ਹਮਾਰਾ ਪੂਰਾ ਜੀਓ। ਕਿਉਂਕਿ ਸੰਗਤ ਵਿੱਚ ਰੱਬ ਹੈ ਨਾ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਹੁਣ ਸੰਗਤ ਅੱਗੇ ਹੀ ਕਿ ਐਸੀ ਕਿਰਪਾ ਮੋਹਿ ਕਰੋ, ਸੰਤਹ ਚਰਨ ਹਮਾਰੋ, ਮਾਥਾ ਨੈਣ ਦਰਸ ਤਨ ਧੂਰ ਪਰੋ। ਮੈਂ ਆਪਣਾ ਸਾਰਾ ਤਨ ਸੰਗਤ ਦੀ ਧੂੜੀ ਵਿੱਚ ਅਰਪਿਤ ਕਰਦਾ, ਕਿਉਂਕਿ ਤੁਮ ਦਾਤੇ ਤੁਮ ਪੁਰਖ ਵਿਧਾਤੇ। ਸੰਗਤ ਜੀ ਤੁਸੀਂ ਰੱਬ ਹੋ, ਤੁਸੀਂ ਪ੍ਰਤੱਖ ਹਰ ਦਾ ਰੂਪ ਹੋ। ਤੁਮ ਸਮਰੱਥ ਸਦਾ ਸੁਖ ਦਾਤੇ, ਸੁਖ ਦੇਣ ਵਾਲੇ ਹੋ। ਸਭ ਕੋ ਤੁਮ ਹੀ ਤੇ ਵਰਸਾਵੈ। ਕੌਣ ਹੈ ਐਸਾ ਜਿਹੜਾ ਸੰਗਤ ਵਿੱਚ ਜਪ ਕੇ ਨਹੀਂ ਤਰਿਆ? ਕੌਣ ਕੋ ਕਲੰਕ ਰਿਓ RAM ਨਾਮ ਕਹਿਤੀ, ਲੇਤ ਹੀ ਪਤਿਤ ਪੁਨੀਤ ਪਏ RAM ਕਹਿਤ ਹੀ। ਕਿਆ ਬਚਨ ਹੈ? ਕੌਣ ਕੋ ਕਲੰਕ ਰਿਓ RAM ਨਾਮ ਲੇਤ ਹੀ। ਦੱਸੋ ਕਿਹਦੇ ਉੱਤੇ ਕਿਹੜਾ ਕਲੰਕ ਰਿਹਾ?
ਜਿਹੜਾ ਸੰਗਤ 'ਚ ਆਇਆ ਉਹਦੀ ਮੈਲ ਵੀ ਦੂਰ ਹੋ ਗਈ, ਉਹਦੇ ਮਨ ਦੇ ਤੇ ਉਹਦੇ ਤਨ ਦੇ, ਉਹਦੇ ਸਰੀਰ ਦੇ ਕਰਮਾਂ ਦੇ ਲੇਖੇ ਵੀ ਮਾਫ ਹੋ ਗਏ। ਤੇ ਸੰਗਤ ਬੜੀ ਵੱਡੀ ਬਖਸ਼ਿਸ਼ ਹੈ ਭਾਈ। ਜਿਹੜਾ ਸੰਗਤ ਵਿੱਚ ਆਇਆ ਕਿ ਪਤਿਤ ਪੁਨੀਤ ਭਏ RAM ਕਹਿਤ ਹੀ, ਪਵਿੱਤਰ ਕਰਨ ਵਾਲੀ ਸਭ ਕੋ ਤੁਮ ਹੀ ਤੇ ਵਰਸਾਵੈ। ਸਾਰੇ ਫਲ ਵਾਹਿਗੁਰੂ ਤੁਹਾਡੇ ਤੋਂ ਮਿਲਦੇ ਨੇ ਤੇ ਤੁਹਾਡੀ ਅਵਸਥਾ ਸੰਗਤ ਵਿੱਚ ਹੈ, ਤੁਹਾਡੀ ਹਾਜ਼ਰੀ ਸੰਗਤ ਵਿੱਚ ਹੈ। ਅਵਸਰ ਕਰੋ ਹਮਾਰਾ ਪੂਰਾ ਜੀਓ, ਮੈਂ ਇਸ ਕਰਕੇ ਸੰਗਤ ਵਿੱਚ ਆਇਆ, ਮੇਰੇ ਜੀਵਨ ਦਾ ਅਵਸਰ ਸਫਲ ਹੋ ਜਾਏ, ਮੇਰੇ ਮਨ ਦੀ ਕਾਮਨਾਵਾਂ ਪੂਰੀਆਂ ਹੋ ਜਾਣ। ਉਹ ਕਾਮਨਾ ਕਿਹੜੀ ਹੈ? ਪ੍ਰਭੂ ਦੀ ਪ੍ਰਾਪਤੀ ਵਾਲੀ ਜੀ। ਦਰਸ਼ਨ ਤੇਰੇ ਪਵਨ ਪੁਨੀਤਾ, ਆਤਮ ਗੜ ਬਿਖਮ ਤਿਨਾਹੀ ਜੀਤਾ। ਤੁਮ ਦਾਤੇ ਤੁਮ ਪੁਰਖ ਵਿਧਾਤੇ, ਤੁਧ ਜੇ ਵਡ ਅਵਰ ਨ ਸੂਰਾ ਜੀਓ। ਤੁਹਾਡੇ ਦਰਸ਼ਨ, ਭਵਨ ਕਹਿੰਦੇ ਸਰੀਰ ਰੂਪੀ ਮਹਿਲ ਨੂੰ, ਇਹ ਭਵਨ ਹੈ। ਇਹ ਦਰਸ਼ਨ ਜਨ ਕੇ ਚਰਨ ਵਸੈ ਮੇਰਾ ਹੀ ਯਾਰ ਹੈ। ਇੱਥੇ ਰੱਬ ਥੋੜੀ ਕਿਹਾ, ਜਨ ਕਿਹਾ। ਸੰਗ ਪੁਨੀਤਾ ਦੇਹੀ, ਜਨ ਕੀ ਧੂੜ ਦੇਹੋ ਕਿਰਪਾ ਨਿੰਦ, ਨਾਨਕ ਕਹਿ ਸੁਖ ਸੁਖ ਹੀ। ਸਾਧ ਸੰਗਤ ਦੀ ਧੂੜ ਤਾਰਨ ਵਾਲੀ ਹੈ। ਦਰਸ਼ਨ ਤੇਰਾ ਭਵਨ ਪੁਨੀਤਾ, ਸੰਗਤ ਵਿੱਚ ਤੁਹਾਡਾ ਦੀਦਾਰ ਹੈ। ਤੁਹਾਡੇ ਦਰਸ਼ਨ ਸਰੀਰ ਨੂੰ ਪੁਨੀਤ ਕਰਦੇ ਨੇ। ਆਤਮਗੜ ਬਿਖਮ ਤਿਨ ਜੀਤਾ, ਕੱਲਾ ਸਰੀਰ ਨਹੀਂ, ਮਨ ਦਾ ਅੰਦਰ ਦਾ ਕਿਲਾ ਜਿੱਤਿਆ ਜਾਂਦਾ ਹੈ, ਜਿਹੜਾ ਬਿਖਮ ਹੈ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬਾਂਦੀ। ਜਿਹੜੀ ਮਾਇਆ ਦੀ ਤਰਪਾਲਾਂ ਬਣੀਆਂ ਹੋਈਆਂ ਸਨ ਨਾ, ਕਨਾਤਾਂ ਤਨੀਆਂ ਹੋਈਆਂ ਸਨ, ਉਹ ਸਭ ਉੱਡ ਗਈਆਂ ਸੰਗਤ ਦੀ ਹਨੇਰੀ, ਸਾਧ ਸੰਗਤ ਦੀ ਅਵਸਥਾ ਗਿਆਨ ਕਰਕੇ। ਇਹ ਗਿਆਨ ਦੀ ਆਂਦੀ ਆਈ ਹੈ। ਇਹ ਮੋਹ ਬਲੇਡਾ ਟੂਟਾ ਅੰਦਰ ਕਿੰਨਾ ਕੁਝ ਦੱਸਿਆ। ਇਹ ਅੰਦਰ ਜਿਹੜਾ ਗੜ ਹੈ ਨਾ, ਕਿਉਂ ਲੀਜੈ ਗੜ ਬੰਕਾ ਭਾਈ, ਦੂਵਰ ਕੋਟਰ ਤੇਵਰ ਖਾਈ। ਸੰਗਤ ਵਿੱਚ ਸਹਿਜ ਸੁਭਾਏ ਦਸਮ ਦਵਾਰ ਤੱਕ ਸੁਰਤ ਪਹੁੰਚ ਜਾਂਦੀ। ਕਈਆਂ ਦੇ ਦਸਮ ਐਵੇਂ YouTube ਦੇ ਵਿੱਚ ਫੋਕੀਆਂ ਵੀਡੀਓ ਪਾਉਣ ਵਾਲੇ ਬੜੇ ਨੇ, ਦਸਮ ਖੁੱਲ ਗਿਆ, ਇਹ ਹੋ ਗਿਆ। ਦਸਮ ਦੀ ਅਵਸਥਾ ਵੱਖਰੀ ਹੈ ਜੀ, ਬੜੀ ਅਗਮ ਅਵਸਥਾ ਹੈ। ਜਿਸ ਅਵਸਥਾ ਨੂੰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ 38 ਪੌੜੀਆਂ ਟੱਪਣ ਤੋਂ ਬਾਅਦ ਦੱਸੀ ਹੈ। ਜਿਹਦੀ ਅੱਖਾਂ ਨੇਤਰ ਵਸ ਹੋ ਜਾਣ, ਜਿਹਦਾ ਸਰੀਰ ਵਸ ਹੋ ਜਾਏ, ਜਿਹਦੀ ਰਸਨਾ ਤੂੰ ਅਨਰਸ ਰਾਚ ਰਹੀ ਉਹ ਵਸ ਹੋ ਜਾਏ, ਨਾਮ ਰਸ ਵਿੱਚ ਆ। ਜਿਹਦੇ ਸਰਵਣ ਪ੍ਰਭੂ ਦੇ ਸ਼ਬਦ, ਜਿਹਦਾ ਸਰੀਰ, ਜਿਹਦੀ ਆਤਮ, ਜਿਹਦੀ ਕਾਇਆ, ਜਿਹੜਾ ਸੱਚੀ ਬਾਣੀ ਵਿੱਚ ਸਰਸ਼ਾਰ ਹੋ ਜਾਏ ਬਿਲਕੁਲ। ਫਿਰ ਉੱਥੇ ਜਾ ਕੇ ਕਿ ਹਰ ਜੀਉ ਗੁਫਾ ਅੰਦਰ ਰੱਖੈ ਵਾਜਾ, ਫਿਰ ਇਹ ਹੈ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ। ਇਹਨੂੰ ਹੀ ਆਤਮਗੜ ਆਖਿਆ, ਇਹਨੂੰ ਬੇਗਮਪੁਰਾ ਆਖਿਆ, ਬੇਕੁੰਠ ਨਗਰ ਆਖਿਆ। ਆਤਮਗੜ ਬਿਖਮ ਤਿਨਾ ਹੀ ਜੀਤਾ, ਇਹ ਨਾ ਜਿੱਤਣ ਵਾਲਾ ਮਨ ਜਿੱਤ ਲਿਆ, ਕਿਲਾ ਜਿੱਤ ਲਿਆ। ਤੁਮ ਦਾਤੇ ਤੁਮ ਪੁਰਖ ਵਿਧਾਤੇ, ਤੁਧ ਜੀਵੜ ਅਵਰ ਨਾ ਸੂਰਾ ਜੀਓ। ਇਸ਼ਾਰਾ ਸੰਗਤ ਵੱਲ ਹੈ ਤੇ ਸੰਗਤ ਰਾਹੀਂ ਪ੍ਰਭੂ ਦੇ ਅੱਗੇ ਅਰਦਾਸ ਵੱਲ ਹੈ ਕਿ ਸੰਗਤ ਵਿੱਚ ਕੀਤੀ ਹੋਈ ਅਰਦਾਸ ਪ੍ਰਭੂ ਪੁਰਖ ਵਿਧਾਤੇ ਦੇ ਚਰਨਾਂ ਤੱਕ ਪਹੁੰਚਦੀ ਹੈ। ਤੇ ਤੁਹਾਡੇ ਵਰਗਾ ਕੋਈ ਸੂਰਮਾ ਵਾਹਿਗੁਰੂ ਨਹੀਂ ਹੈ ਜਿਹੜਾ ਇਹਨਾਂ ਵਿਕਾਰਾਂ ਨੂੰ ਸਾਡੇ ਤੋਂ ਖੋਹ ਲਏ, ਜਿੱਤ ਲਏ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਓ, ਇਹ ਭੀਤਰ ਤੇ ਇਨ ਕੋ ਡਾਰੋ, ਆਪਨ ਨਿਕਟ ਬੁਲਾਓ। ਜੇ ਕੋਈ ਸੂਰਾ ਹੈ ਤੇ ਵਾਹਿਗੁਰੂ ਹੈ ਜੀ। ਰੇਨ ਸੰਤਨ ਕੀ ਮੇਰੇ ਮੁਖ ਲਾਗੀ, ਦੁਰਮਤ ਬਿਨਸੀ ਕੁਬੁੱਧ ਅਪਾਗੀ। ਸੱਚ ਕਰ ਬੈਸ ਰਹੇ ਗੁਣ ਗਾਏ, ਨਾਨਕ ਬਿਨ ਸੇ ਕੂਰਾ ਜੀਓ। ਫਿਰ ਸਾਰਾ ਕੁਝ ਸਤਿਗੁਰੂ ਜੀ ਨੇ ਇਹ ਸ਼ਬਦ ਦੇ ਭਾਵ ਦਾ ਅਰਕ ਪਾਤਾ ਅੰਤਮ ਤੁਕਾਂ ਵਿੱਚ। ਬਈ ਗੱਲ ਸਾਰੀ ਸੰਗਤ ਤੱਕ ਆ ਗਈ ਹੈ ਕਿ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਰੇਣ ਸੰਤਨ ਕੀ ਮੇਰਾ ਮੁਖ ਲਾਗੀ, ਮੇਰੇ ਮੁਖ ਤੇ ਸਾਧ ਸੰਗਤ ਦੀ ਰੇਣੁਕਾ। ਰੇਣ ਕਹਿੰਦੇ ਅਸੀਂ ਕਹਿੰਦੇ ਧੂੜ ਨੂੰ, ਪਰ ਇਹ ਇਕੱਲੀ ਧੂੜ ਨਹੀਂ ਹੈ, ਇਹ ਸੰਗਤ ਦਾ ਨੂਰ ਹੈ। ਇਹ ਰੇਣ ਇੱਥੇ ਇੱਕ ਮੈਟਾਫਰ ਹੈ ਕਿ ਸੰਗਤ ਦਾ ਭਾਵ ਮਨ ਵਿੱਚ ਵਸ ਗਿਆ, ਚਿਹਰੇ ਤੇ ਰੌਣਕ ਆ ਗਈ। ਸੰਗਤ ਦਾ ਭਾਵ ਕੀ ਹੈ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਇਹ ਸੰਗਤ ਦਾ ਭਾਵ ਹੈ। ਇੱਥੇ ਆਉਣਾ, ਅਹੰਗ ਦੇ ਵਿੱਚ ਨਹੀਂ ਆਉਣਾ, ਆਪ ਤਿਆਗ ਕੇ ਆਉਣਾ। ਦੁਰਮਤ ਬਿਨਸੀ ਕੁਬੁੱਧ ਅਭਾਗੀ, ਦੁਰਮਤ
ਚਲੀ ਗਈ, ਖਤਮ ਹੋ ਗਈ, ਤੇ ਕੁਪੁੱਦ ਮਾੜੀ ਬੁੱਧ ਭੱਜ ਗਈ। ਕਿਉਂ? ਕੱਲ ਮੇਰੀ ਗੱਲ ਹੋ ਰਹੀ ਸੀ, ਫਿਲਾਡੈਲਫੀਆ ਭੈਣ ਜੀ ਹੈਗੇ ਮਾਤਾ ਜੀ, ਮੇਰੇ ਦਾਦੀ ਜੀ ਦੀ ਉਮਰ ਦੇ ਨੇ, ਮਹਾਰਾਜ ਉਹਨਾਂ ਨੂੰ ਸਿਹਤਯਾਬੀ ਬਖਸ਼ੇ, ਇੰਦਰ ਸਰੂਪ ਕੌਰ। ਉਹਨਾਂ ਨੇ ਮੈਨੂੰ ਬੜੀ ਸੋਹਣੀ ਗੱਲ ਕਹੀ ਕਿ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕਰੀਏ। ਮੈਂ ਕਿਹਾ ਜੀ ਬਿਲਕੁਲ। ਕਹਿੰਦੇ ਬੁੱਧ ਤੇ ਦੁੱਧ ਇਹ ਫਿੱਟਣ ਲੱਗਿਆ ਮਿੰਟ ਨਹੀਂ ਲਾਉਂਦੇ। ਮੈਨੂੰ ਬੜੀ ਸੋਹਣੀ ਗੱਲ ਲੱਗੀ। ਦੁੱਧ ਤੇ ਬੁੱਧ ਦਾ ਕਦੀ ਭਰੋਸਾ ਨਹੀਂ ਕਿ ਕਦ ਫਿੱਟ ਜਾਏ। ਇਸ ਕਰਕੇ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਇਹ ਕੁਬੁੱਧ ਅੰਦਰੋਂ ਨਾਸ਼ ਹੋ ਜਾਏ। ਇਹ ਕੁਬੁੱਧ ਦਾ ਪਤਾ ਨਹੀਂ ਕਿਸ ਵੇਲੇ ਅੰਦਰੋਂ ਪ੍ਰਗਟ ਹੋ ਜਾਏ ਤੇ ਚੰਗਾ ਬੰਦਾ ਵੀ ਮਾੜੇ ਕਰਮਾਂ 'ਚ ਪੈ ਜਾਏ। ਸਾਧ ਸੰਗਤ ਦੀ ਸ਼ਰਣੀ ਇਸ ਲਈ ਪਾਉਣੀ ਹੈ। ਜੇ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਇੱਥੇ ਬੈਠ ਕੇ ਵੀ ਤੈਸੇ ਮਾਇਆ ਡਰ ਡਰਪਤ ਹਾਰ ਗੁਰਦੁਆਰਾ ਜਾਏ, ਤਾਂ ਜੋ ਵਿਆਪੈ ਮਾਇਆ ਕਹੋ ਠਾਉ ਰਾਈਐ। ਜੇ ਇੱਥੇ ਵੀ ਕੁਬੁੱਧ ਹੀ ਹਾਵੀ ਰਹੀ ਮਨ ਉੱਤੇ, ਫਿਰ ਦੱਸੋ ਕਿਹੜੀ ਥਾਂ ਹੈ ਜਿੱਥੇ ਕੁਬੁੱਧ ਦਾ ਨਾਸ਼ ਹੋਏਗਾ। ਇਸ ਕਰਕੇ ਸੰਗਤ ਦੀ ਰੇਣ ਇਹ ਹੈ ਕਿ ਦੁਰਮਤ ਬਿਨਸੀ ਕੁਬੁੱਧ ਅਭਾਗੀ ਭੱਜ ਗਈ, ਮਾੜੀ ਮਤ ਸੱਚ ਘਰ ਬੈਸ ਰਹੇ ਗੁਣ ਗਾਏ। ਸੱਚੇ ਘਰ ਦੇ ਹਿਰਦੇ ਵਿੱਚ ਮਨ ਬਹਿ ਗਿਆ, ਪ੍ਰਭੂ ਦੇ ਗੁਣ ਸ਼ੁਰੂ ਹੋਏ। ਨਾਨਕ ਬਿਨਸੇ ਪੂਰਾ ਜੀਓ, ਕੂੜ ਝੂਠ ਬਿਨਸ ਗਿਆ ਜੀ। ਮਾਝ ਮਹਿਲਾ ਪੰਜਵਾ, ਵਿਸਰ ਨਾਹੀ ਏ ਵਡ ਦਾਤੇ, ਕਰ ਕਿਰਪਾ ਭਗਤਨ ਸੰਗ ਰਾਤੇ, ਦਿਨ ਸਰੈਣ ਜਿਉ ਤੁਧ ਧਿਆਈ, ਇਹ ਦਾਨ ਮੋਹੇ ਕਰਨਾ ਜੀਓ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ 12ਵਾਂ ਸ਼ਬਦ ਹੈ ਇਸ ਲੜੀ ਦਾ। ਵਿਸਰ ਨਾਹੀ ਏ ਵਡ ਦਾਤੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਦਾਤ ਕਿਸੇ ਵਿਰਲੇ ਦੀ ਝੋਲੀ ਪੈਂਦੀ ਹੈ। ਅਰਦਾਸ ਵੀ ਕੋਈ ਵਿਰਲਾ ਕਰਦਾ, ਨਹੀਂ ਤੇ ਕੋਈ ਕਹਿੰਦਾ ਮੈਨੂੰ ਇਹ ਮਿਲ ਜੇ, ਇਹ ਮਿਲ ਜੇ। ਕੋਈ ਵਿਰਲਾ ਕਹਿੰਦਾ ਸੱਚੇ ਪਾਤਸ਼ਾਹ ਐਸਾ ਦਾਤਾ ਮੈਨੂੰ ਵਿਸਰੇ ਨਾ, ਕਰ ਕਿਰਪਾ ਭਗਤਨ ਸੰਗ ਰਾਤੇ। ਹੇ ਵਾਹਿਗੁਰੂ ਤੂੰ ਭਗਤ ਜਨਾਂ ਦੇ ਅੰਗ ਸੰਗ ਹੈ, ਤੇ ਮੈਨੂੰ ਵੀ ਆਪਣਾ ਭਗਤ ਬਣਾ ਲੈ, ਤੇ ਮੈਨੂੰ ਵੀ ਦੱਸ ਭਗਤਾਂ ਦਾ ਸੰਗ ਕਿਵੇਂ ਕਰਨਾ। ਮੈਂ ਜਿਸ ਦਿਨ ਭਗਤ ਬਣਾਂਗਾ, ਤੇ ਭਗਤ ਬਣਨ ਦੀ ਨਿਸ਼ਾਨੀ ਹੈ ਕਿ ਉਹ ਵਹੀ ਵਿਸਰੇ ਨਾ। ਤੇ ਜਦ ਮੈਨੂੰ ਵੀ ਪਤਾ ਲੱਗੇ ਕਿ ਕਰ ਕਿਰਪਾ ਭਗਤਨ ਸੰਗ ਰਾਤੇ, ਭਗਤ ਜਨਾਂ ਦੇ ਅੰਗ ਸੰਗ ਹੈ, ਦਿਨ ਸਰੈਣ ਜਿਉਂ ਤੁਧ ਧਿਆਈ, ਮੈਂ ਇਉਂ ਧਿਆਵਾਂ ਕਿ ਦਿਨ ਰਾਤ ਜਿਵੇਂ ਮੈਨੂੰ ਤੂੰ ਵਿਸਰੇ ਹੀ ਨਾ। ਮੈਂ ਇਵੇਂ ਤੇਰਾ ਸਿਮਰਨ ਕਰਾਂ ਕਿ ਦਿਨ ਰਹਿਣ ਜਿਉਂ ਤੁਧ ਧਿਆਈ। ਜਿਉਂ ਦਾ ਮਤਲਬ ਇਵੇਂ ਕਰਾਂ ਜਿਵੇਂ ਤੂੰ ਵਿਸਰੇ ਨਾ। ਇਹ ਦਾਨ ਮੋਹੇ ਕਰਨਾ ਜੀਓ, ਇਹ ਦਾਤ ਮੇਰੀ ਝੋਲੀ ਪਾ ਵਾਹਿਗੁਰੂ, ਮੈਂ ਤੈਨੂੰ ਕਦੀ ਵਿਸਰਾਂ ਨਾ ਜੀ। ਮਾਟੀ ਅੰਧੀ ਸੁਰਤ ਸਮਾਈ, ਸਭ ਕਿਛ ਦੀਆ ਭਲਿਆ ਜਾਈ, ਆਨੰਦ ਬਿਨੋਦ ਚੋਜ ਤਮਾਸ਼ੇ, ਤੁਧ ਭਾਵੈ ਸੋ ਹੋਣਾ ਜੀਓ। ਮਾਟੀ ਅੰਧੀ, ਮਾਟੀ ਦਾ ਮਤਲਬ ਹੈ ਸਰੀਰ, ਅੰਧੀ ਦਾ ਮਤਲਬ ਹੈ ਜੜ। ਇਹ ਮਿੱਟੀ ਤੇ ਜਾੜੀ ਹੈ ਨਾ ਭਾਈ। ਮਿੱਟੀ ਦਾ ਕੀ ਹੈ? ਮਿੱਟੀ ਮਿੱਟੀ ਹੈ, ਸਰੀਰ ਮਿੱਟੀ ਹੈ। ਖਾਕ ਨੂਰ ਕਰਦੰ ਆਲਮ ਦੁਨੀਆਏ, ਇਹ ਖਾਕ ਦੇ ਵਿੱਚ ਨੂਰ ਪਾਇਆ ਤੇ ਅਸੀਂ ਸਭ ਕੁਝ ਦੇਖ ਰਹੇ ਹਾਂ, ਤੁਰ ਫਿਰ ਰਹੇ ਹਾਂ। ਸਾਥ ਸੰਬੰਧੀ ਸੰਜੋਗ ਰਸ ਤਮਾਸ਼ੇ ਸਭ ਕੁਛ ਹੈ। ਜੇ ਦੇਹੀ ਦੇ ਅੰਦਰ ਜੋਤ ਹੀ ਨਾ ਹੋਏ ਤੇ ਫਿਰ ਇਹ ਮਿੱਟੀ ਤੇ ਜੜ ਹੈ। ਸ਼ੁਕਰ ਕਰੀਏ ਇਸ ਜੜ ਨੂੰ ਚੇਤਨ ਕਰਤਾ ਵਾਹਿਗੁਰੂ ਤੂੰ। ਮਾਟੀ ਅੰਧੀ ਸੁਰਤ ਸਮਾਈ, ਤੂੰ ਸਮਾ ਗਿਆ ਅੰਦਰ, ਅੰਦਰ ਸੁਰਤ ਆ ਗਈ। ਸਭ ਕੁਛ ਦੀਆ ਭਲੀਆ ਜਾਈ, ਜਾਈ ਕਹਿੰਦੇ ਥਾਂ, ਸਾਰਾ ਕੁਝ ਤੂੰ ਦਿੱਤਾ ਤੇ ਭਲੀਆਂ ਥਾਵਾਂ ਵੀ ਦਿੱਤੀਆਂ ਰਹਿਣ ਵਾਸਤੇ, ਤੇਰਾ ਸਿਮਰਨ ਕਰਨ ਵਾਸਤੇ। ਤੇਰੀ ਤੂੰ ਸਭ ਕੁਝ, ਹਰ ਕੁਝ ਤੇਰਾ ਦਿੱਤਾ ਹੋਇਆ। ਆਨੰਦ ਬਿਨੋਦ ਚੋਜ ਤਮਾਸ਼ੇ, ਤੁਧ ਭਾਵੈ ਸੋ ਹੋਣਾ ਜੀਓ। ਬਸ ਕੀਤਾ ਕਰਨਾ, ਕਹਿਆ ਕਥਣਾ, ਗਰੀਬਾਂ ਅਨਾਥਾਂ ਤੇਰਾ ਭਾਣਾ। ਸਭ ਕੁਛ ਤੇਰਾ ਮਾਣਾ, ਸਭ ਕੁਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕਹੋ ਬਲ ਜਾਈ ਜੀਓ। ਸਾਰਾ ਭਾਣਾ ਤੇਰਾ, ਜੋ ਤੁਹਾਨੂੰ ਭਾਉਣਾ ਹੈ ਉਹ ਹੋ ਕੇ ਰਹਿਣਾ ਹੈ ਜੀ। ਜਿਸ ਦਾ ਦਿੱਤਾ ਸਭ ਕਿਛ ਲੈਣਾ, ਛੱਤੀ ਅੰਮ੍ਰਿਤ ਭੋਜਨ ਖਾਣਾ, ਸੇਜ ਸੁਖਾਲੀ ਸੀਤਲ ਪਵਣਾ, ਸਹਿਜ ਕੇਲ ਰੰਗ ਕਰਨਾ ਜੀਓ। ਕਿੰਨਾ ਕੁਛ ਦਿੱਤਾ ਵਾਹਿਗੁਰੂ ਨੇ। ਜਿਸ ਦਾ ਦਿੱਤਾ ਸਭ ਕੁਛ ਲੈਣਾ, ਉਹਦਾ ਹੀ ਦਿੱਤਾ ਹੋਏ ਲੈ ਰਹੇ ਹਾਂ ਅਸੀਂ।
36 ਅੰਮ੍ਰਿਤ ਉਹਨੇ ਕੀ ਕੁਛ ਨਹੀਂ ਦਿੱਤਾ, ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾ, ਸਭ ਕੁਛ ਉਹਨੇ ਇੱਕੋ ਵਾਰੀ ਸਾਰੀ ਸ੍ਰਿਸ਼ਟੀ ਨੂੰ ਦਿੱਤਾ ਹੈ। ਦੇਣ ਵਾਲਾ ਉਹ ਹੈ। 36 ਅੰਮ੍ਰਿਤ ਭੋਜਨ ਖਾਣਾ, ਹਰ ਤਰ੍ਹਾਂ ਦਾ ਭੋਜਨ ਉਹਦਾ ਹੀ ਦਿੱਤਾ ਹੋਇਆ। ਚੱਬਣ ਨੂੰ ਦੰਦ ਦਿੱਤੇ ਨੇ, ਸਵਾਦ ਨੂੰ ਇੰਦਰੀਆਂ ਦਿੱਤੀਆਂ ਨੇ, ਸਭ ਕੁਛ ਵਾਹਿਗੁਰੂ ਤੁਹਾਡਾ। ਸੇਜ ਸੁਖਾਲੀ ਸੀਤਲ ਪਵਣਾ, ਸੇਜਾਂ ਸੋਹਣੀਆਂ ਦਿੱਤੀਆਂ ਹੋਈਆਂ ਨੇ, ਐ ਸਾਰੇ ਸੁੱਖ ਮਿਲੇ ਹੋਏ ਨੇ। ਸੀਤਲ ਪਵਨ, ਠੰਡੀਆਂ ਹਵਾਵਾਂ ਗਰਮੀਆਂ ਦੇ ਵਿੱਚ, ਸਹਿਜ ਕੇਲ ਰੰਗ ਕਰਨਾ ਜੀਓ। ਤੇ ਮਨ ਦੁਨੀਆ ਦੇ ਰੰਗ ਤਮਾਸ਼ਿਆਂ ਦੇ ਵਿੱਚ ਆਨੰਦ ਲੈਂਦਾ ਹੈ। ਇਹ ਦੁਨੀਆ ਦੇ ਰੰਗ ਦੇਖਦਾ ਹੈ ਤੇ ਭਗਤ ਪ੍ਰਭੂ ਦੀ ਬੰਦਗੀ ਦੇ ਰੰਗ ਦੇ ਲੈਂਦਾ ਹੈ। ਇਹ ਸਭ ਤੁਹਾਡਾ ਕੀਤਾ ਹੈ ਜੀ। ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀ, ਸਾ ਮਤ ਦੀਜੈ ਜਿਤ ਤੁਧ ਧਿਆਈ। ਸਾਸ ਸਾਸ ਤੇਰੇ ਗੁਣ ਗਾਵਾਂ, ਓਟ ਨਾਨਕ ਗੁਰ ਚਰਣਾ ਜੀਓ। ਅੱਜ ਦਾ ਫੁਰਮਾਨ ਵੀ ਇਹੀ, ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਮਹਿ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ। ਇਹ ਦਾਤ ਹੈ। ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀ, ਮੈਨੂੰ ਬੁੱਧ ਬਖਸ਼ੋ, ਮੈਨੂੰ ਤੁਹਾਡਾ ਚੇਤਾ ਨਾ ਵਿਸਰੇ। ਸਾ ਮਤ ਦੀਜੈ ਜਿਤ ਤੁਧ ਧਿਆਈ, ਉਹ ਸੋਹਣੀ ਮਤ ਦਿਓ ਤੁਹਾਨੂੰ ਧਿਆਉਣ ਵਾਸਤੇ ਮੇਰਾ ਮਨ ਚਾਓ ਵਿੱਚ ਰਹੇ, ਮੇਰੇ ਮਨ ਵਿੱਚ ਤਲਬ ਰਹੇ, ਮੇਰੇ ਮਨ ਅੰਦਰ ਸਿਮਰਨ ਦਾ ਉਦਮ ਰਹੇ। ਵੇਲਾ ਸਾਂਭ ਕੇ ਮੈਂ ਸਿਮਰਨ ਕਰਾਂ, ਸਾਸ ਸਾਸ ਤੇਰੇ ਗੁਣ ਗਾਵਾਂ। ਓਟ ਨਾਨਕ ਗੁਰ ਚਰਣਾ ਜੀਓ, ਤੁਹਾਡੇ ਚਰਨ ਕਮਲਾਂ ਦੀ ਬਾਣੀ ਦੀ ਓਟ ਲੈ ਕੇ ਮੈਂ ਸਾਸ ਸਾਸ ਤੁਹਾਡੇ ਗੁਣਾਂ ਨੂੰ ਸਦਾ ਹੀ ਧਿਆਉਣਾ। ਇਹ ਮੈਨੂੰ ਜੁਗਤ ਤੁਹਾਡੀ ਬਖਸ਼ਿਸ਼ ਰੂਪ ਵਿੱਚੋਂ ਮਿਲ ਜਾਏ ਜੀ। ਮਾਝ ਮਹਿਲਾ ਪੰਜਵਾ, ਸਿਫਤ ਸਾਲਾਹਣ ਤੇਰਾ ਹੁਕਮ ਰਜ਼ਾਈ। ਸੋ ਗਿਆਨ ਧਿਆਨ ਜੋ ਤੁਧ ਪਾਈ, ਸੋਈ ਜਪ ਜੋ ਪ੍ਰਭ ਜੀਉ ਭਾਵੈ। ਭਾਣੈ ਪੂਰ ਗਿਆਨਾ ਜੀਓ। ਕਿੰਨਾ ਕਮਾਲ ਦਾ ਸ਼ਬਦ ਹੈ। ਅਸੀਂ ਵਾਹਿਗੁਰੂ ਵਾਹਿਗੁਰੂ ਬੋਲੀ ਜਾਂਦੇ ਹਾਂ, ਪਰ ਵਾਹਿਗੁਰੂ ਦਾ ਹੁਕਮ ਮੰਨ ਕੇ ਤਿਆਰ ਨਹੀਂ ਹੈਗੇ ਆ। ਵਾਹਿਗੁਰੂ ਦੀ ਸਭ ਤੋਂ ਪਹਿਲੀ ਸਿਫਤ ਉਹ ਹੈ ਜਿਹੜਾ ਉਹਦਾ ਹੁਕਮ ਮੰਨ ਲੇ। ਸਾਰੀ ਗੱਲਾਂ 100 ਹੱਥ ਰੱਸਾ ਸਿਰੇ ਤੇ ਗੰਢ। ਇਹ ਗੱਲ ਐਵੇਂ ਸਮਝਿਓ ਕਿ ਸਿਆਣਿਆਂ ਦਾ ਆਖਿਆ ਤੇ ਔਲੇ ਦਾ ਖਾਧਾ ਬਾਅਦ 'ਚ ਪਤਾ ਲੱਗਦਾ। ਦੁਨੀਆ ਇੱਥੇ ਬਹੁਤ ਦੇਖੀ ਹੈ ਸਿਮਰਨ ਕਰਨ ਵਾਲੀ, ਵਾਹਿਗੁਰੂ ਵਾਹਿਗੁਰੂ ਕਰਨ ਵਾਲੀ, ਪਰ ਬਾਅਦ 'ਚ ਪਤਾ ਲੱਗਦਾ ਸਿਮਰਨ ਨਹੀਂ ਸੀ, ਸਿਰਫ ਦਿਖਾਵਾ ਸੀ, ਕਿਉਂਕਿ ਭਾਣਾ ਤੇ ਮੰਨਣ ਨੂੰ ਤਿਆਰ ਹੀ ਨਹੀਂ ਅਸੀਂ। ਸਭ ਤੋਂ ਪਹਿਲੀ ਸਿਫਤ ਸਲਾਹ ਦੀ ਪੌੜੀ ਹੈ ਉਹਦੇ ਭਾਣੇ ਨੂੰ ਮੰਨ ਲੈਣਾ। ਇੱਥੋਂ ਹੀ ਜਪ ਬਾਣੀ ਤੇ ਇੱਥੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਹੁੰਦੀ ਹੈ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸਭ ਤੋਂ ਵੱਡੀ ਸਲਾਹ ਸਿਫਤ ਸਲਾਹ ਜਪ ਹੀ ਹੁਕਮ ਹੈ। ਵਾਹ ਸੱਚੇ ਪਾਤਸ਼ਾਹ ਸਿਫਤ ਸਲਾਹਣ। ਮਾਝ ਮਹੱਲਾ ਪੰਜਵਾਂ, ਸਿਫਤ ਸਲਾਹਣ ਤੇਰਾ ਹੁਕਮ ਰਜ਼ਾਈ। ਜਿਹਨੂੰ ਤੇਰਾ ਹੁਕਮ ਤੇ ਤੇਰੀ ਰਜ਼ਾ। ਹੁਕਮ ਤੇ ਰਜ਼ਾ ਵਿੱਚ ਫਰਕ ਕੀ ਹੈ? ਹੁਕਮ ਲਫ਼ਜ਼ ਵੀ ਅਸੀਂ ਫਾਰਸੀ ਅਰਬੀ ਦਾ ਪੜ੍ਹਦੇ ਹਾਂ, ਰਜ਼ਾ ਵੀ ਹੁਕਮ ਅਰਬੀ ਦਾ, ਰਜ਼ਾਈ ਫਾਰਸੀ ਦਾ। ਅਰਥ ਦੋਨੋਂ ਸੇਮ ਨੇ, ਪਰ ਬਾਣੀ 'ਚ ਅਰਥ ਸੇਮ ਨਹੀਂ। ਹੁਕਮ ਜੋ ਵਰਤ ਰਿਹਾ ਉਹਨੂੰ ਹੁਕਮ ਕਿਹਾ। ਦਿਨ ਰਹਿਣ ਕਰਕੇ ਜਿਹੜਾ ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਪਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸ਼ੀ, ਇਹ ਹੁਕਮ ਵਰਤ ਰਿਹਾ। ਇਹ ਚੰਦ ਸੂਰਜ ਜਿਹੜੇ ਦੀਵੇ, ਦੋ ਦੀਵੇ ਨੇ, ਇਹ ਜਿੰਨਾ ਸਾਰਾ ਸੰਸਾਰ ਵਿੱਚ ਵਰਤਾਰਾ ਵਰਤ ਰਿਹਾ ਨਾ, ਜਿਹਨੂੰ ਮਹਾਰਾਜ ਜੀ ਕਹਿੰਦੇ ਕਿ ਦੋਏ ਦੀਵੇ 14 ਹੱਟ ਨਾਲੇ ਜੇਤੇ ਜੀ ਤੇਤੇ ਬਣ ਜਾ। ਇਹ ਹੁਕਮ ਹੈ। ਰਜ਼ਾ ਕੀ ਹੈ? ਉਹਦੇ ਹੁਕਮ ਨੂੰ ਸਿਰ ਮੱਥੇ ਮੰਨ ਲੈਣਾ, ਇਹਨੂੰ ਰਜ਼ਾਈ ਆਖਿਆ। ਖਿੜੇ ਮੱਥੇ ਕਹਿ ਲੈਣਾ ਕਿ ਸਤਿਗੁਰੂ ਜੀ ਇਹ ਮੰਨ ਲਿਆ, ਇਹਨੂੰ ਰਜ਼ਾ ਆਖਿਆ। ਸਭ ਤੋਂ ਵੱਡੀ ਸਿਫਤ ਸਲਾਹ ਉਹਦੇ ਹੁਕਮ ਦੇ ਵਿੱਚ ਤੁਰ ਪੈਣਾ। ਸੋ ਗਿਆਨ ਧਿਆਨ ਜੋ ਤੁਧ ਭਾਈ, ਕਿ ਇੱਥੇ ਗਿਆਨ ਧਿਆਨ ਬੜੇ ਕਹਿਣ ਵਾਲੇ ਨੇ, ਬੜੇ ਜੈਸੇ ਗਿਆਨ ਗਿਆਨ ਕਹਿ ਗਿਆਨ ਨਾ ਹੋਤ ਕੁਛ, ਜਬ ਲਗ ਗੁਰ ਗਿਆਨ ਹੂਤੇ ਨਾ ਪਾਈਐ, ਤੈਸੇ ਕੀ ਧਿਆਨ ਧਿਆਨ ਕਹਿ ਧਿਆਨ ਨਾ ਪਾਵਤ, ਜਬ ਲਗ ਗੁਰਦਰਸ ਜਾਏ ਨਾ ਸਮਾਈਐ। ਭਾਈ ਗੁਰਦਾਸ ਜੀ, ਭਾਈ ਗੁਰਦਾਸ ਜੀ ਕਹਿੰਦੇ ਨਾ ਗਿਆਨ ਗੁਰੂ ਤੋਂ ਬਿਨਾ ਤੇ ਨਾ ਧਿਆਨ ਗੁਰੂ ਤੋਂ ਬਿਨਾ ਕਿਸੇ ਕੰਮ ਦਾ ਨਹੀਂ। ਉਹੀ ਗਿਆਨ ਉਹੀ ਧਿਆਨ ਜਿਹੜਾ ਵਾਹਿਗੁਰੂ ਨੂੰ ਭਾਜੇ। ਵਾਹਿਗੁਰੂ ਤੇ ਹੁਕਮ ਤੋਂ ਬਾਹਰ ਕੋਈ ਗਿਆਨ ਧਿਆਨ ਨਹੀਂ ਚੱਲਦਾ। ਸੋਈ ਜਪ ਜੋ ਪ੍ਰਭ ਜੀਉ ਭਾਵੈ, ਤੇ ਜਪ ਵੀ ਉਹ ਜਿਹੜਾ ਪ੍ਰਭੂ ਨੂੰ ਭਾਜੇ। ਭਾਣੈ ਪੂਰ ਗਿਆਨਾ ਜੀਓ,
ਪੂਰਨ ਗਿਆਨ ਦੀ ਅਵਸਥਾ ਹੀ ਪ੍ਰਭੂ ਦੇ ਭਾਣੇ ਵਿੱਚ ਤੁਰਨਾ ਹੈ ਜੀ। ਅੰਮ੍ਰਿਤ ਨਾਮ ਤੇਰਾ ਸੋਈ ਗਾਵੇ, ਜੋ ਸਾਹਿਬ ਤੇਰੇ ਮਨ ਪਾਵੇ। ਤੂੰ ਸੰਤਨ ਕਾ ਸੰਤ ਤੁਮਾਰੇ, ਸੰਤ ਸਾਹਿਬ ਮਨ ਮਾਨਾ ਜੀਓ। ਉਹੀ ਤੁਹਾਡਾ ਅੰਮ੍ਰਿਤ ਨਾਮ ਗਾ ਸਕਦਾ ਹੈ ਜੋ ਤੁਹਾਡੇ ਮਨ ਨੂੰ ਭਾ ਜਾਂਦਾ ਹੈ, ਜਿਹਦੇ ਉੱਤੇ ਤੁਹਾਡੀ ਰਹਿਮਤ ਹੋਏ। ਤੂੰ ਸੰਤਨ ਕਾ ਸੰਤ ਤੁਮਾਰੇ, ਤੱਤਾ ਮੁਕਤਾ ਹੈ ਜੀ। ਨੰਨਾ ਸੰਤਨ ਦਾ ਵੀ ਤੇ ਸੰਤ ਦਾ ਵੀ, ਇਹਦਾ ਮਤਲਬ ਬਹੁਵਚਨ ਹੈ। ਜਿੰਨੇ ਵੀ ਸਾਧ ਸੰਗਤ ਵਿੱਚ ਜੁੜੇ ਨੇ ਉਹਦੇ ਅੰਗ ਸੰਗ ਵਾਹਿਗੁਰੂ ਹੈ, ਉਹਨਾਂ ਦੇ ਅੰਗ ਸੰਗ ਵਾਹਿਗੁਰੂ ਹੈ। ਸੰਤ ਸਾਹਿਬ ਮਨ ਮਾਨਾ ਜੀਓ, ਕਿ ਸੰਤ ਸਾਹਿਬ ਮਨ ਮਾਨਾ ਜੀਓ, ਕਿ ਸੰਤਾਂ ਦੀ ਸੇਵਾ ਉਤੇ, ਸਾਧ ਸੰਗਤ ਦੀ ਸਿਮਰਨ ਉਤੇ ਰੱਬ ਦਾ ਮਨ ਮੰਨ ਗਿਆ। ਤੇਰੇ ਚਰਨਾਂ ਵਿੱਚ ਜੁੜਿਆ ਰਹਿਣਾ, ਇਹ ਸੰਤ ਜਨਾਂ ਦਾ ਮਨ ਮੰਨਣਾ। ਤੇ ਸੰਤ ਜਨ ਜਿਨ੍ਹਾਂ ਨੇ ਪ੍ਰਭੂ ਦਾ ਭਾਣਾ ਮੰਨ ਲਿਆ, ਫਿਰ ਵਾਹਿਗੁਰੂ ਦਾ ਵੀ ਮਨ ਉਹਨਾਂ ਸੰਤ ਜਨਾਂ ਉੱਤੇ ਤਰੁੱਠਿਆ ਹੈ ਜੀ। ਤੂੰ ਸੰਤਨ ਕੀ ਕਰੈ ਪ੍ਰਤਪਾਲਾ, ਸੰਤ ਖਿਲਹਿ ਤੁਮ ਸੰਗ ਗੋਪਾਲਾ। ਆਪਣੇ ਸੰਤ ਤੁਧ ਖਰੇ ਪਿਆਰੇ, ਤੂੰ ਸੰਤਨ ਕੇ ਪ੍ਰਾਨਾ ਜੀਓ। ਸੰਤ ਜਨਾਂ ਦੀ ਪ੍ਰਤਪਾਲਨਾ ਕਰਨ ਵਾਲੇ ਵਾਹਿਗੁਰੂ ਸਦਾ ਹੀ ਸੰਤਾਂ ਤੇ ਕਿਰਪਾਲ ਹੁੰਦੇ ਨੇ, ਆਪਣੇ ਭਗਤਾਂ ਤੇ ਕਿਰਪਾਲੂ ਪ੍ਰਭੂ ਨੇ। ਸੰਤ ਖੇਲਹਿ ਤੁਮ ਸੰਗ ਗੋਪਾਲਾ, ਸੰਤ ਤੇ ਖੇਡਾਂ ਖੇਡਦੇ ਨੇ। ਰੱਬ ਕਹਿੰਦਾ ਜੋ ਹਮ ਬਾਂਦੇ ਮੋਹ ਫਾਸ, ਤੇ ਸੰਤ ਭਗਤ ਕਹਿੰਦਾ ਹਮ ਪ੍ਰੇਮ ਬੰਧਨ ਤੁਮ ਬਾਂਦੇ। ਖੇਡ ਇਹ ਹੈ, ਆਪਣੇ ਛੁਟਨ ਕੋ ਯਤਨ ਕਰੋ, ਹਮ ਛੂਟੈ ਤੁਮ ਆਰਾਧੇ। ਰੱਬ ਕਹਿੰਦਾ ਲੈ ਭਗਤ ਸੰਤ ਮੈਂ ਤੈਨੂੰ ਬੰਨਤਾ ਮੋਹ ਦੇ ਬੰਧਨ 'ਚ, ਤੇ ਫਿਰ ਸੰਤ ਕਹਿੰਦਾ ਰੱਬ ਮੈਂ ਤੈਨੂੰ ਆਪਣੇ ਪਿਆਰ ਦੇ ਬੰਧਨ 'ਚ ਬੰਨਤਾ। ਖੇਡ ਦੇਖ ਹੁਣ ਤਗੜੀ, ਦੋਨੋਂ ਪਾਸਿਓਂ ਤਗੜੀ ਹੈ, ਕਿ ਮੈਂ ਤੇ ਛੁੱਟ ਜਾਵਾਂਗਾ ਤੇਰੇ ਪਾਏ ਬੰਧਨਾਂ ਤੋਂ, ਤੈਨੂੰ ਧਿਆਇਆ, ਤੂੰ ਮੇਰੇ ਪ੍ਰੇਮ ਦੇ ਬੰਧਨ ਤੋਂ ਕਿਹਨੂੰ ਧਿਆ ਕੇ ਛੁੱਟੇਗਾ, ਕਿਉਂਕਿ ਤੇਰੇ ਤੋਂ ਵੱਡਾ ਕੌਣ ਹੈ। ਇਹ ਖੇਡ ਸੰਤ ਜਨ ਰੱਬ ਨਾਲ ਖੇਡਦੇ ਨੇ। ਮੇਰੀ ਬਾਂਦੀ ਭਗਤ ਛੁਡਾਵੇ, ਇਹ ਅਵਸਥਾ ਤੁਸੀਂ ਪੜੋ, ਪਿੱਛੇ ਪੜ ਕੇ ਵੀ ਆਇਓ। ਇਹ ਅਵਸਥਾ ਹੈ, ਭਗਤ ਰਵਿਦਾਸ ਜੀ ਨੇ ਸਮਝਾਇਆ ਕਿ ਭਾਈ ਜਿਹੜੀ ਰੱਬ ਗੰਢ ਰੱਬ ਨੇ ਪਾਤੀ, ਭਗਤ ਖੋਲ ਲੈਣਗੇ, ਤੇ ਜਿਹੜੀ ਭਗਤ ਨੇ ਪਾਤੀ ਤੇ ਰੱਬ ਕਹਿੰਦਾ ਬਈ ਭਗਤ ਤੋਂ ਹੀ ਖੁਲਵਾਓ। ਇਹ ਹੈ ਖੇਡ ਸੰਤਾਂ ਦੀ ਤੇ ਰੱਬ ਦੀ। ਆਪਣੇ ਸੰਤ ਤੁਧ ਖਰੇ ਪਿਆਰੇ, ਤੂੰ ਸੰਤਨ ਕੇ ਪ੍ਰਾਣਾ ਜੀਓ। ਤੂੰ ਸੰਤ ਜਨਾਂ ਦੇ ਪ੍ਰਾਣਾ ਦਾ ਆਧਾਰ ਹੈ। ਤੂੰ ਆਪਣੇ ਸੰਤਾਂ ਨੂੰ ਖਰੇ ਪਿਆਰੇ, ਬਹੁਤ ਪਿਆਰ ਕਰਨ ਵਾਲਾ ਹੈ। ਤੂੰ ਨਿਰਮਲ ਤੇ ਖਾਲਸ ਬਣਾਉਣ ਵਾਲਾ ਹੈ। ਤੇਰੇ ਤੋਂ ਸਭ ਤੋਂ ਪਿਆਰੀ ਚੀਜ਼ ਜੇ ਪੁੱਛੀ ਜਾਏ ਨਾ ਵਾਹਿਗੁਰੂ ਕੀ ਹੈ, ਤੇ ਵਾਹਿਗੁਰੂ ਜੀ ਦੇ ਭਗਤ ਹੀ ਵਾਹਿਗੁਰੂ ਨੂੰ ਪਿਆਰੇ ਨੇ। ਇਹੀ ਅਵਸਥਾ ਸਤਿਗੁਰੂ ਜੀ ਦੱਸਦੇ ਨੇ ਜੀ। ਹੁਣ ਸੰਤਨ ਕੈ ਮੇਰਾ ਮਨ ਕੁਰਬਾਨੇ, ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ। ਤਿਨ ਕੈ ਸੰਗ ਸਦਾ ਸੁਖ ਪਾਇਆ, ਹਰ ਰਸ ਨਾਨਕ ਤ੍ਰਿਪਤ ਅਕਾਨਾ ਜੀਓ। ਉਨ ਸੰਤਨ ਕਹਿ ਮੇਰਾ ਮਨ ਕੁਰਬਾਨੇ, ਉਹਨਾਂ ਸੰਤ ਜਨਾਂ ਤੋਂ ਮੇਰਾ ਮਨ ਕੁਰਬਾਨ ਹੋ ਜਾਏ। ਜਿਨ ਤੂੰ ਜਾਤਾ, ਜਿਨ੍ਹਾਂ ਨੇ ਤੈਨੂੰ ਪਛਾਣ ਲਿਆ। ਜੋ ਤੁਧ ਮਨ ਭਾਨੇ, ਜੋ ਤੇਰੇ ਮਨ ਵਿੱਚ ਭਾ ਗਏ ਨੇ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਰੱਖਣ ਵਾਲਾ ਵਾਹਿਗੁਰੂ ਹੈ। ਤਿਨ ਕੈ ਸੰਗ ਸਦਾ ਸੁਖ ਪਾਇਆ, ਉਹਨਾਂ ਸੰਤਾਂ ਦੇ ਸੰਗ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ। ਸੰਤ ਹਮਾਰੀ ਊਟ ਸਤਾਣੀ, ਸੰਤ ਹਮਾਰਾ ਗਹਿਣਾ। ਸ਼ਿੰਗਾਰ ਹੈ ਸੰਤ ਜਨਾਂ ਦਾ ਸੰਗ, ਇੱਕ ਭਗਤ ਦਾ। ਸੰਤ ਜਨਾਂ ਦਾ ਸੰਗ, ਇਹ ਸਾਧ ਸੰਗਤ ਦਾ ਸੰਗ ਹੀ ਸਾਨੂੰ ਛਡਾਉਣ ਵਾਲਾ ਹੈ। ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀਓ। ਸੰਗਤ ਵਿੱਚ ਬੈਠਿਆਂ ਜਿਹੜਾ ਸੁਖ ਮਿਲਦਾ ਹੈ, ਉਹ ਰਸ, ਉਹ ਨਾਮ ਦਾ ਰਸ ਮਨ ਨੂੰ ਰਜਾ ਦਿੰਦਾ ਹੈ। ਇੱਥੇ ਅਸੀਂ 100 ਅੰਗ ਤੱਕ ਤਕਰੀਬਨ ਇੱਕ ਸ਼ਬਦ ਬਾਕੀ ਹੈ। ਬਹੁਤ ਮੁਬਾਰਕ 100 ਅੰਗ ਸਤਿਗੁਰੂ ਜੀ ਨੇ ਇਹ ਰਹਿਮਤ ਕਰਕੇ ਪੂਰੇ ਕਰਾਏ ਨੇ। ਸਤਿਗੁਰੂ ਜੀ ਦੀ ਬਖਸ਼ਿਸ਼, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਲ ਕੇ ਸ਼ੁਕਰਾਨਾ ਕਰੀਏ। ਮਹਾਰਾਜ ਜੀ ਨੇ ਸੁਭਾਗ ਬਖਸ਼ਿਆ, ਮੌਕਾ ਬਖਸ਼ਿਆ ਬਾਣੀ ਪੜ੍ਹਨ ਵਿਚਾਰਨ ਦਾ ਜੀ। ਰਹਿਮਤਾਂ ਕਰਨ ਸਤਿਗੁਰੂ ਜੀ, ਸੁਖ ਵਰਤਾਉਣ। ਭਾਈ ਸਾਹਿਬ ਜੀ ਦਾ ਧੰਨਵਾਦ ਹੈ ਜੀ, ਸਭ ਦਾ ਧੰਨਵਾਦ। ਸਵੇਰੇ ਦਾਸ ਦੀ ਹਾਜ਼ਰੀ ਗੁਰਦੁਆਰਾ ਸੀਸਗੰਜ ਸਾਹਿਬ ਹੈ ਜੀ, 7:30 ਤੋਂ 8:30 ਵਜੇ। PTC ਸਿਮਰਨ ਤੇ ਲਾਈਵ ਵੀ ਆਉਂਦਾ, ਆਪ ਅਸੀਸ ਬਖਸ਼ ਸਕਦੇ ਹੋ। ਗੱਜ ਕੇ ਫਤਿਹ ਬੁਲਾਓ ਸਾਰੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।